सुबुर पे अरदास कर, सुबुर पे अरदास कर, बिरथा बिरथा छोड़ सियाणप सगल, छोड़ सियाणप सगल, मन तन अरप तार, मन तन अरप तार, जी बिरथा सुबुर पे अरदास कर, सुबुर पे अरदास कर, बिरथा बिरथा पूछो बुर के पैर, पूछो बुर के पैर, दुर्मत जाय जार, दुर्मत जाय जार, साजना के संग, साजना के संग, पवजल दिखम तार, पवजल दिखम तार, बिरथा 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 सुबुर
इनमें करे निहाल, इनमें करे निहाल, तूने सुकर पार, तूने सुकर पार, मन को होए संतोष, मन को होए संतोष, क्या ये सदा हार, क्या ये सदा हार, सुबुर पे अरदास कर, बिरथा सुलग्गा सतगुर सेव, सुलग्गा सतगुर सेव, जाओ करम तुर, जाओ करम तुर, बिरथा होए, बिरथा होए, बिरथा होए, सुबुर पे अरदास कर, सुबुर पे अरदास कर, बिरथा होए, बिरथा होए, बिरथा होए, बिरथा होए। प्यारी साध संगत जी, जो शब्द असी गायन किया ये गुरु ग्रंथ साहिब के 519 भाव 501 519 ते ये शब्द सुभायमान है और इसका सिरलेख है राग गुजरी की वार, जिहदे चों असी पौड़ी नूं गायन किया। असी सब जानते हाँ कि गुरु ग्रंथ साहिब विच वारां हन अते शब्द हन अते कुछ श्लोक हन। ये सारियां दा कंपाइल करन दा एक बड़ा यूनीक गुरु पातशाह का ढंग है। उस ढंग का नाम असी रखिया है अज की बोली विच कंप्यूटराइज्ड लॉकअप सिस्टम। गुरु पातशाह ने इतने सियाणे ढंग दे नाल इसनूं गुरु ग्रंथ साहिब विच दर्ज किया है कि इस विच कोई मिलावट नहीं कर सकता। No one can mix in this Guru Granth Sahib. So we are blessed, the whole world is blessed that we have got first hand document in purest form with us. ये बाणी की बनतर का ढंग उहदे विच जिहड़े सिरलेख लिखे गए ने, रहाव लिखे गए ने और जिहड़ियां गिनतियां पाईयां होईयां, ये सारा एक साडे समझण का सबजैक्ट है
ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝ ਕੇ ਮੱਥਾ ਟੇਕਦੇ ਨੇ ਉਹਨਾਂ ਦਾ ਇਹ ਸਿਰਮੌਰ ਫਰਜ਼ ਬਣ ਜਾਂਦਾ ਹੈ, ਟੌਪ ਪ੍ਰੀਓਰਿਟੀ ਬਣ ਜਾਂਦੀ ਹੈ ਕਿ ਮੈਂ ਬਾਣੀ ਸਿੱਖਣਾ ਚਾਹੁੰਦਾ ਹਾਂ, ਮੈਂ ਸਮਝਣਾ ਚਾਹੁੰਦਾ ਹਾਂ। ਬਹੁਤ ਸਾਲ ਹੋ ਗਏ ਮੈਨੂੰ 108 ਪਾਠ ਕਰਾਉਂਦਿਆਂ, 108 ਅਖੰਡ ਪਾਠ ਕਰਾਉਂਦਿਆਂ, 30 ਸਫੇ ਘੰਟੇ ਵਿੱਚ ਪੂਰੇ ਕਰਦਿਆਂ ਮੈਨੂੰ ਬਹੁਤ ਸਮਾਂ ਹੋ ਗਿਆ। ਨਾਓ ਆਈ ਡੋਂਟ ਵਾਂਟ ਟੂ ਵੇਸਟ ਮਾਈ ਟਾਈਮ ਐਨੀ ਮੋਰ, ਆਈ ਵਾਂਟ ਟੂ ਲਰਨ। ਜਦੋਂ ਅਸੀਂ ਕੁਝ ਗੁਰਬਾਣੀ 'ਚੋਂ ਸਿੱਖਣਾ ਚਾਹੁੰਦੇ ਹਾਂ ਤਾਂ ਅਸੀਂ ਗੁਰੂ ਦੇ ਭਾਣੇ ਵਿੱਚ ਰਹਿਣਾ ਚਾਹੁੰਦੇ ਹਾਂ। ਜੇ ਅਸੀਂ ਕੁਝ ਸਿੱਖਣਾ ਹੀ ਨਹੀਂ ਚਾਹੁੰਦੇ ਤਾਂ ਅਸੀਂ ਗੁਰੂ ਪਾਤਸ਼ਾਹ ਜੀ ਦੇ ਮੁਤਾਬਕ ਤੇ ਅਸੀਂ ਸਿੱਖ ਹੀ ਨਾ ਹੋਏ, ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੂਟਾ ਖਾਵੇ, ਉਹ ਤੇ ਗੁਰੂ ਪਾਤਸ਼ਾਹ ਕੋਲੋਂ ਪਹਿਲਾਂ ਹੀ ਤੋੜ ਵਿਛੋੜਾ ਕਰ ਲੈਂਦਾ। ਮਾਨੋ ਡਿਪਾਰਟਿਡ ਸੋਲ ਹੋ ਗਿਆ, ਮਾਨੋ ਡਿਪਾਰਟਿਡ ਪਰਸਨੈਲਿਟੀ ਜੋ ਸੱਚ ਦੇ ਨਾਲ ਜੀਵਨ ਜੀ ਨਹੀਂ ਰਿਹਾ, ਜੋ ਸੱਚ ਦੇ ਨਾਲ ਜੀਵਨ ਨਹੀਂ ਜੀਣਾ ਚਾਹੁੰਦਾ। ਉਹਦੇ ਬਾਰੇ ਅਸੀਂ ਕੱਲ੍ਹ ਇੱਕ ਸ਼ਲੋਕ ਪੜ੍ਹਿਆ ਸੀ, ਕਬੀਰ ਸਾਹਿਬ ਕਹਿੰਦੇ ਨੇ ਜਦੋਂ ਓਵਰ ਕੌਨਫੀਡੈਂਸ ਹੋ ਜਾਂਦਾ ਕਿ ਮੈਂ ਸਭ ਕੁਝ ਜਾਣਦਾ ਹਾਂ, ਉਹ ਮਨੁੱਖ ਸਿੱਖ ਨਹੀਂ ਸਕਦਾ। ਜਿਹੜਾ ਇੱਥੋਂ ਤੱਕ ਭਰਿਆ ਪੂਰਾ ਹੋਵੇ, ਜਿਸ ਨੂੰ ਗੂਗਲ ਦੀ ਵੀ ਨੌਲੇਜ ਹੈ, ਵਿਕੀਪੀਡੀਆ ਦੀ ਨੌਲੇਜ ਵੀ ਹੈ, ਦੁਨੀਆ ਭਰ ਦੀ ਜਨਰਲ ਨੌਲੇਜ ਵੀ ਲਈ ਹੈ, ਇੱਕ ਛੱਡ ਕੇ 10 ਚੈਨਲਸ ਦੀਆਂ ਖਬਰਾਂ ਇਕੱਠੀਆਂ ਕੀਤੀਆਂ ਹੋਈਆਂ, ਹੁਣ ਉਸ ਕੋਲ ਡਿਗਰੀ ਹੈ ਔਰ ਇੱਥੋਂ ਤੱਕ ਭਰਿਆ ਹੋਇਆ ਹੈ, ਕੁਝ ਸਿੱਖਣਾ ਨਹੀਂ ਚਾਹੁੰਦਾ। ਉਸ ਦੇ ਮਨ ਦੀ ਅਵਸਥਾ ਬਣ ਗਈ ਹੈ ਮਨ ਜਾਣੇ ਸਭ ਬਾਤ। ਇਹ ਵੀ ਪੁਆਇੰਟ ਡਿਸਕਸ ਕਰਨਾ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਕੋਈ ਵੀ ਕਰਮ ਕਰੋ, ਉਸ ਕਰਮ ਦਾ ਨਾਂ ਪਾਪ ਨਹੀਂ ਹੈ। ਪੈਰਾਂ ਥੱਲੇ ਕੀੜੀ ਮਰ ਗਈ, ਬਿੱਲੀ ਮਾਰ ਦਿੱਤੀ, ਜਾਂ ਇਹ ਕਰ ਦਿੱਤਾ, ਉਹ ਕਰ ਦਿੱਤਾ, ਪਾਪ ਪੁੰਨ ਫਿਲਾਸਫੀ ਨਹੀਂ ਹੈ ਗੁਰਬਾਣੀ। ਇਸ ਕਰਕੇ ਜਿਹੜਾ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਉਹਦੀ ਸਾਡੀ ਲੇਟੈਸਟ ਪੁਸਤਕ ਬਾਹਰ ਤੁਹਾਨੂੰ ਮਿਲੇਗੀ, ਸਚਿਆਰਾ ਕਿਵੇਂ ਬਣੀ, ਅਸੀਂ ਉਹਦੇ ਸਮਝਣ ਦਾ ਯਤਨ ਕੀਤਾ। ਪੁੰਨੀ ਪਾਪੀ ਆਖਣ ਨਾਏ, ਆਖਣ ਹੁੰਦਾ ਲੇਬਲ। ਤੂੰ ਕਿਸੇ ਨੂੰ ਪੁੰਨੀ ਤੇ ਕਿਸੇ ਨੂੰ ਪਾਪੀ ਲੇਬਲ ਨਹੀਂ ਕਰ ਸਕਦਾ। ਇਹ ਪੁਰਾਣੇ ਸਿਸਟਮ ਫਤਵੇ ਦੇਣ ਵਾਲੇ ਤੇਰੇ ਕਿਸੇ ਦੇ ਉੱਤੇ ਲੇਬਲ ਲਾ ਦਿਓ, ਇਹ ਪਤਿਤ ਹੈ, ਇਹ ਪਾਪੀ ਹੈ, ਇਹ ਨਾਸਤਕ ਹੈ, ਇਹ ਤੈਨੂੰ ਹੱਕ ਨਹੀਂ ਹੈ। ਕਿਸੇ ਨੂੰ ਨਾ ਕਿਹਾ ਕਰ ਪੁੰਨੀ ਪਾਪੀ ਆਖਣ ਨਾਏ, no need, and you cannot, if you keep on saying this ਤਾਂ disharmony ਸ਼ੁਰੂ ਹੁੰਦੀ ਹੈ। ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਖਾਓ। ਜੈਸਾ ਕੋਈ ਮਨੁੱਖ ਹੈ ਉਹ ਆਪਣੇ ਜੀਵਨ ਵਿੱਚ ਉਸਦੇ ਜੇ ਚੰਗੇ ਕਰਮਾਂ ਚੰਗੇ ਖਿਆਲਾਂ ਨਾਲ ਜੀਂਦਾ ਹੈ ਤਾਂ ਉਹਦਾ ਬੈਨੀਫਿਟ ਉਸ ਨੂੰ, ਜੇ ਉਹ ਨਹੀਂ ਉਸਦੇ ਨਾਲ ਜੀਂਦਾ ਤਾਂ ਉਸਦਾ ਨੁਕਸਾਨ ਉਸ ਨੂੰ। Who are you to label the people? Who are you to corner the people? And who are you to justify ਕਿ ਮੈਂ ਸਿਆਣਾ ਹਾਂ, ਮੈਂ ਬੜਾ ਸ਼ਰੀਫ ਹਾਂ, ਮੈਂ ਬੜਾ ਆਸਤਿਕ ਹਾਂ। ਆਪਣੇ ਆਪ ਨੂੰ ਆਸਤਕ ਕਹਿਣਾ, ਦੂਜਿਆਂ ਨੂੰ ਨਾਸਤਕ ਕਹਿਣਾ। ਇਸ ਕਰਕੇ ਅਸੀਂ ਇੱਕ ਸੈਮੀਨਾਰ ਕੀਤਾ ਸੀ, ਉਹਦੇ ਵਿੱਚ ਸਮਝਿਆ ਸੀ ਆਸਤਕ ਤੇ ਨਾਸਤਕ ਦੀਆਂ ਕੁਆਲਿਟੀਜ਼ ਕੀ ਹੁੰਦੀਆਂ। ਜਿਨ੍ਹਾਂ ਨੂੰ ਨਾਸਤਕ ਅਸੀਂ ਕਹੀ ਜਾਂਦੇ ਹਾਂ, ਜੇ ਉਹਦਾ ਜੀਵਨ ਜਾਂਚ ਵਿੱਚ ਉਹਦੀਆਂ ਕੁਆਲਿਟੀਜ਼ ਚੰਗੀਆਂ ਨੇ ਤਾਂ ਜਿਹੜਾ ਸੋ ਕਾਂਡ ਕਰਮ ਕਾਂਡ ਦੇ ਪਾਖੰਡ ਕਰਕੇ ਆਪਣੇ ਆਪ ਨੂੰ ਆਸਤਕ ਅਖਵਾ ਰਿਹਾ, ਉਹਨੂੰ ਵੀ ਕ੍ਰੋਧ ਚੜ੍ਹਦਾ ਹੈ, ਉਹ ਵੀ ਗਾਲਾਂ ਕੱਢਦਾ ਹੈ, ਉਹ ਵੀ ਪਤਨੀ ਨੂੰ ਡੋਰਮੈਟ ਬਣਾਉਂਦਾ ਹੈ, ਉਹ ਵੀ ਨਮਰਤਾ ਵਿੱਚ ਨਹੀਂ ਰਹਿੰਦਾ। ਤਾਂ ਫਿਰ ਆਸਤਕ ਔਰ ਨਾਸਤਕ ਦੀ ਕਸਵੱਟੀ ਕੀ ਹੋਏਗੀ ਸਮਝਣ ਦੀ। ਕਰਮ ਕਾਂਡ ਪਖੰਡ ਕਰਨ ਵਾਲੇ ਨੂੰ ਕੀ ਆਸਤਕ ਕਹਿੰਦੇ ਨੇ? ਗੁਰੂ ਨਾਨਕ ਪਾਤਸ਼ਾਹ ਨਹੀਂ ਮੰਨਦੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਗਾਤੀ ਲੁਟੈ। ਉਸ ਨੂੰ ਨਿਤ ਦਿਨ ਜਮ ਭਾਵ ਮੰਦੇ ਖਿਆਲ ਡੀਮਨਸ ਥਾਟਸ ਉਸ ਨੂੰ ਸਤਾਉਂਦੀਆਂ ਰਹਿੰਦੀਆਂ ਹਨ। ਮਰਨ ਤੋਂ ਬਾਅਦ ਨਹੀਂ, ਮਰਨ ਤੋਂ ਬਾਅਦ ਮੈਂ ਅੱਜ ਕੋਈ ਕਸੂਰ ਕਰਾਂ 70 80 90 ਸਾਲ ਬਾਅਦ ਮਰਾਂਗਾ ਤੇ ਜਮ ਮੈਨੂੰ ਨਹੀਂ। ਅੱਜ ਜਿਸ ਨੂੰ ਇਹ ਅੱਜ ਵਾਲੀ ਗੱਲ ਸਮਝ ਆ ਜਾਂਦੀ ਹੈ, ਉਹ ਅੱਜ ਹੀ ਜਮ ਰੂਪੀ ਮੰਦੇ ਖਿਆਲਾਂ ਤੋਂ ਛੁੱਟਣਾ ਚਾਹੁੰਦਾ ਹੈ।
ਗੁਰਬਾਣੀ ਸਾਨੂੰ ਮੰਦੇ ਖਿਆਲਾਂ ਤੋਂ ਤਾਂ ਛੁਡਾਉਂਦੀ ਹੈ। ਸੋ ਕਬੀਰ ਜੀ ਕਹਿੰਦੇ ਨੇ ਅਵਗੁਣ ਪਤਾ ਕੀ ਹੈ, ਸਭ ਤੋਂ ਵੱਡਾ ਪਾਪ ਕੀ ਹੈ? ਤੂੰ ਸੱਚ ਨੂੰ ਇਗਨੋਰ ਕਰਦਾ ਹੈ। ਇਹ ਅਵਗੁਣ ਹੈ। ਹੁਣ ਇਸ ਤੋਂ ਬਾਅਦ ਜਿਹੜੇ ਮਰਜ਼ੀ ਪਏ ਕਰਮ ਹੋਣ, ਸਾਰੇ ਗਲਤੀ ਹੋਣਗੇ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਅਵਗੁਣ ਕਰੈ। ਇਹ ਅਵਗੁਣ ਹੈ ਕਿ ਮੈਨੂੰ ਸਭ ਕੁਝ ਪਤਾ ਹੈ। ਕਾਹੇ ਕੀ ਕੁਸ਼ਲਾਤ, ਹੁਣ ਕੁਸ਼ਲ ਕਿਵੇਂ ਹੋ ਸਕਦੇ ਹੈ? ਹੁਣ ਤੇ ਸੁਖੀ ਨਹੀਂ ਹੋ ਸਕਦੇ। ਕਾਹੇ ਕੀ ਕੁਸ਼ਲਾਤ, ਹਾਥ ਦੀ ਕੂਏ ਪਰੈ। ਹੱਥ ਵਿੱਚ ਦੀਵਾ ਹੋਵੇ, ਖੂਹ 'ਚ ਕੋਈ ਟੈ ਪਵੇ। ਅੱਜ ਦਾ ਨੌਜਵਾਨ ਰਿਲੇਟ ਨਹੀਂ ਕਰ ਸਕਦਾ। ਦੀਵਾ ਉਹਨੇ ਦੇਖਿਆ ਨਹੀਂ ਹੈ, ਖੂਹ ਉਹਨੂੰ ਪਤਾ ਨਹੀਂ ਹੈ। ਇੱਕ ਈਡੀਅਮ ਹੈ। ਇਸ ਕਰਕੇ ਐਸੇ ਜਿਹੜੇ ਗੁਰਬਾਣੀ 'ਚ ਈਡੀਅਮਸ ਆਏ ਨੇ, ਉਹਨਾਂ ਦੀ ਪੁਸਤਕ ਵੀ ਅਸੀਂ ਤੁਹਾਡੇ ਨਾਲ ਬਾਹਰ ਸਾਂਝ ਕੀਤੀ ਹੈ। ਗੁਰਬਾਣੀ ਦੇ ਆਧਾਰ 'ਤੇ ਜਿਹੜੇ ਅਖਾਣ ਹਨ, ਇਹ ਅਖਾਣ ਹੈ ਕਿ ਤੇਰੇ ਅੰਦਰ ਦੀਵਾ ਜੋਤ ਬਲਦੀ ਹੈ ਤੇ ਤੂੰ ਫਿਰ ਵੀ ਗਲਤ ਰਸਤਿਆਂ 'ਤੇ ਡਿੱਗਦਾ ਰਹਿੰਦਾ ਹੈ, ਫਿਰ ਵੀ ਤੂੰ ਅਪਸੈਟ ਰਹਿਣਾ ਹੈ। ਸਾਧ ਸੰਗਤ ਜੀ, ਮੈਂ ਇਸ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ, ਕਿਉਂਕਿ ਮੈਂ ਸੁਣਿਆ ਕਿ ਪ੍ਰਬੰਧਕ ਕਰਮ ਕਾਂਡ ਔਰ ਪਾਖੰਡ ਦੇ ਜਿਹੜੇ ਪ੍ਰਚਾਰ ਕੀਤੇ ਜਾਂਦੇ ਨੇ ਉਸ ਨੂੰ ਤਰਜੀਹ ਨਹੀਂ ਦਿੰਦੇ ਨੇ। ਪਰ ਸਵਾਲ ਉੱਠਦਾ ਹੈ, ਜਦੋਂ ਗੁਰਦੁਆਰੇ ਆਉਂਦੇ ਹਾਂ, ਗੁਰਦੁਆਰੇ ਆਉਣ ਦਾ ਮਕਸਦ ਵੀ ਇਹੀ ਹੈ ਕਿ ਮੈਨੂੰ ਗੁਰਮਤਿ ਸਿਖਾਓ। ਗੁਰੂ ਜੀ ਕੀ ਕਹਿੰਦੇ ਨੇ, ਮੈਨੂੰ ਪਾਖੰਡ ਨਾ ਸਿਖਾਓ ਕਿ ਆ ਕੇ ਇੱਥੇ ਦੇਸੀ ਘਿਓ ਦਾ ਜੋਤ ਕਿਵੇਂ ਬਾਲਣੀ ਹੈ। ਮੈਨੂੰ ਸੱਚ ਸਿਖਾਓ। ਸੰਗਤ ਸੱਚ ਸੁਣਨਾ ਚਾਹੁੰਦੀ ਹੈ, ਪ੍ਰਬੰਧਕਾਂ ਨੇ ਦਾ ਇੰਤਜ਼ਾਮ ਕੀਤਾ ਹੈ। ਇਹ ਗੱਲ ਪਹਿਲਾਂ ਵੀ ਮੈਂ ਸਾਂਝ ਕੀਤੀ ਸੀ। ਗੁਰਦੁਆਰੇ ਦਾ ਮਕਸਦ, ਜੇ ਅਸੀਂ ਇਸ ਨੂੰ ਜਿਸ ਤਰ੍ਹਾਂ ਬੇਸਿਕ ਬਣਾਉਂਦੇ ਹਾਂ, ਪਹਿਲੇ ਜ਼ਮਾਨੇ 'ਚ ਧਾਰਮਿਕ ਸਥਾਨਾਂ 'ਤੇ ਬਾਹਰੋਂ ਜੋੜੇ ਚੋਰੀ ਹੋ ਜਾਂਦੇ ਸਨ ਜਾਂ ਪੈਸੇ ਲੈ ਕੇ ਰਾਖੀ ਕੀਤੀ ਜਾਂਦੀ ਸੀ। ਅਸੀਂ ਕਿਹਾ ਤੁਹਾਡੇ ਜੋੜੇ ਰਾਖੀ ਕਰਾਂਗੇ, ਪੋਲਿਸ਼ ਵੀ ਕਰ ਦਿਆਂਗੇ, ਤੁਸੀਂ ਬੇਫਿਕਰ ਹੋ ਜਾਓ, ਅੰਦਰ ਜਾ ਕੇ ਗੁਰੂ ਦੀ ਗੱਲ ਸੁਣੋ। ਤੁਹਾਨੂੰ 2-3 ਘੰਟੇ ਬੈਠਣਾ ਪਏਗਾ, ਰੋਟੀ ਦੀ ਫਿਕਰ ਨਾ ਕਰਨਾ। ਅਸੀਂ ਸਤਿਨਾਮ ਵਾਹਿਗੁਰੂ ਕਰਕੇ ਤੁਹਾਡੇ ਵਾਸਤੇ ਬੜਾ ਅੱਛਾ ਲੰਗਰ ਵੀ ਬਣਾਵਾਂਗੇ। ਅੰਦਰ ਬੈਠੋ, ਬੇਫਿਕਰ ਹੋ ਕੇ ਗੁਰੂ ਦੀ ਗੱਲ ਸੁਣੋ। ਤੁਹਾਨੂੰ ਅੰਦਰ ਗਰਮੀ ਨਾ ਲੱਗੇ, ਅਸੀਂ ਏਸੀ ਲਾਇਆ, ਠੰਡ ਨਾ ਲੱਗੇ, ਅਸੀਂ ਹੀਟਿੰਗ ਲਾਈ ਹੈ। ਤੁਹਾਨੂੰ ਬੈਠਣ ਦਾ ਪ੍ਰੋਪਰ ਇੰਤਜ਼ਾਮ ਹੋਏ। ਤੁਹਾਡੇ ਵਾਸਤੇ ਅਸੀਂ ਸੋਹਣੀਆਂ ਦਰੀਆਂ, ਕਾਰਪਟ ਵਿਛਾਏ ਹੋਏ ਨੇ। ਤੁਹਾਡੇ ਉੱਤੇ ਬਾਰਿਸ਼ ਨਾ ਪੈ ਜਾਏ, ਅਸੀਂ ਤੁਹਾਡੇ ਵਾਸਤੇ ਸੋਹਣੀ ਛੱਤ ਬਣਾਈ ਹੋਈ ਹੈ। ਸਾਰਾ ਇੰਤਜ਼ਾਮ ਕੀਤਾ ਹੈ। ਗੁਰੂ ਦੀ ਗੱਲ ਸੁਣੋ, ਗੁਰੂ ਦੀ ਗੱਲ ਤੁਹਾਡੇ ਕੰਨੀ ਪੈ ਜਾਏ, ਇਸ ਕਰਕੇ ਅਸੀਂ ਸੋਹਣੇ ਲਾਊਡ ਸਪੀਕਰ ਸਿਸਟਮ ਵੀ ਲਾਏ ਨੇ। ਸਾਧ ਸੰਗਤ ਜੀ, ਸਿਸਟਮ ਸਾਰਾ ਪੂਰਾ ਹੋ ਗਿਆ, ਪਰ ਗੁਰੂ ਦੀ ਗੱਲ ਜੇ ਕੀਤੀ ਨਾ ਜਾਏ, ਵੋਟ ਕਿਹਨੂੰ ਪਾਣੀ ਹੈ ਇਹ ਗੱਲ ਜੇ ਕੀਤੀ ਜਾਏ, ਪਾਖੰਡ ਕਿਹੜਾ ਕਰਨਾ ਇਹ ਕੀਤੀ ਜਾਏ, ਕਿਸੇ ਸੰਤ ਬਾਬੇ ਨੂੰ ਪ੍ਰਮੋਟ ਕਰਨ ਦੀ ਗੱਲ ਹੋਵੇ ਇਹ ਕੀਤੀਆਂ ਜਾਣ, ਤੇ ਗੁਰੂ ਦੀ ਗੱਲ ਅਸੀਂ ਕਦੋਂ ਕਰਾਂਗੇ? ਸਾਰਾ ਇੰਤਜ਼ਾਮ ਸੁਪਰਫਲੂਅਸ ਹੋ ਜਾਂਦਾ ਹੈ ਜੇ ਅਸੀਂ ਗੁਰੂ ਦੀ ਗੱਲ ਨਾ ਕਰੀਏ। ਗੁਰੂ ਦੀ ਗੱਲ ਕਰਾਂਗੇ ਤਾਂ ਮੈਂ ਕੁਝ ਸਿੱਖਾਂਗਾ। ਨੌਜਵਾਨ ਨੂੰ ਅਸੀਂ ਟੌਂਟ ਕਰਦੇ ਹਾਂ, ਕ੍ਰਿਟੀਸਾਈਜ਼ ਕਰਦੇ ਹਾਂ ਕਿ ਨੌਜਵਾਨ ਬਾਹਰ ਚਲੇ ਜਾਂਦੇ ਨੇ, ਪਿੱਛੇ ਬੈਠੇ ਰਹਿੰਦੇ ਨੇ, ਗੱਲਾਂ ਕਰਦੇ ਨੇ, ਘਰ ਸੰਡੇ ਨੂੰ ਕਹਿੰਦੇ ਨੇ ਮੈਂ ਕਿਉਂ ਜਾਵਾਂ ਗੁਰਦੁਆਰੇ। ਬਟ ਵੀ ਨੈਵਰ ਮੇਕ ਸੱਚ ਸਕੈਜੂਅਲ ਕਿ ਜਿਹਦੇ ਵਿੱਚ ਨੌਜਵਾਨਾਂ ਵਾਸਤੇ ਕੋਈ ਸਪੈਸ਼ਲ ਮੈਸੇਜਿਸ ਹੋਣ। ਜੇ ਨੌਜਵਾਨਾਂ ਨੂੰ ਪੰਜਾਬੀ ਸਮਝ ਆਉਂਦੀ ਹੈ ਔਰ ਇੰਗਲਿਸ਼ ਵੀ ਸਮਝ ਆਉਂਦੀ ਹੈ, ਉਹਨਾਂ ਨੂੰ ਪੰਜਾਬੀ ਇੰਗਲਿਸ਼ ਮਿਕਸ, ਜਾਂ ਜੇ ਸਿਰਫ ਇੰਗਲਿਸ਼ ਸਮਝ ਆਉਂਦੀ ਹੈ, ਆਸਤਾ ਆਸਤਾ ਇੰਗਲਿਸ਼ ਦੇ ਰਾਹੀਂ ਉਹਨਾਂ ਨੂੰ ਸਤਿਗੁਰ ਦੀ ਮੱਤ ਦਾ ਸੁਨੇਹਾ ਦਿੱਤਾ ਜਾਏ। ਪਰ ਅਸੀਂ ਸਾਰਾ ਇੱਕੋ ਹੀ ਸਿਸਟਮ ਰੱਖਿਆ ਹੋਇਆ ਹੈ ਕਿ ਸਭ ਨੂੰ ਕਹਾਣੀਆਂ ਪਸੰਦ ਹੈ, ਇਸ ਕਰਕੇ ਕਹਾਣੀਆਂ ਸੁਣਾਓ। ਨੌਜਵਾਨ 500 ਸਾਲ ਜਾਂ 5000 ਸਾਲ ਪੁਰਾਣੀ ਕਹਾਣੀ ਸੁਣਨਾ ਨਹੀਂ ਚਾਹੁੰਦਾ। ਨੌਜਵਾਨ ਰੀਅਲਿਸਟਿਕ ਹਕੀਕਤ ਵਿੱਚ ਜਿਹੜਾ ਜੀਵਨ ਹੈ ਉਹਦੇ ਬਾਰੇ ਗੱਲ ਸੁਣਨਾ ਚਾਹੁੰਦਾ ਹੈ। ਅਸੀਂ ਕਦੋਂ ਜਾਗਾਂਗੇ? ਅਸੀਂ ਕਿਉਂ ਟਾਲ ਰਹੇ ਹਾਂ? ਸਤਿਗੁਰ ਦੀ ਗੱਲ ਨੂੰ ਸਿੱਖਣਾ ਹੈ, ਪਰ ਮੈਂ ਸੁਣਨਾ ਚਾਹੁੰਦਾ ਹੀ ਨਹੀਂ। ਮਨ ਜਾਣੈ ਸਭ ਬਾਤ, ਜਾਣਤ ਹੀ ਅਵਗੁਣ ਕਰੇ।
ਕਾਹੇ ਕੀ ਕੁਛ ਲਾਤ। ਹੁਣ ਤੇ ਸੁਖੀ ਨਹੀਂ ਨਾ ਹੋ ਸਕਦੇ, ਹੁਣ ਤੇ ਸਾਡੇ ਬੱਚੇ ਵੀ ਨੌ ਸਿੱਖਾਂ ਨਾਲ ਵਿਆਹ ਕਰਾਉਣਗੇ, ਹੁਣ ਤੇ ਪਤਿਤ ਵੀ ਹੋਣਗੇ, ਹੁਣ ਤੇ 24 ਘੰਟੇ ਸੱਤੋਂ ਦਿਨ ਸਭ ਜਗ੍ਹਾ ਸ਼ਰਾਬ ਚੱਲੇਗੀ। ਕਾਹੇ ਕੀ ਕੁਛ ਲਾਤ, ਕਿਵੇਂ ਸੁਖੀ ਹੋ ਸਕਨੇ ਆ? ਬੱਚਾ ਮਾਂ ਪਿਓ ਕੋਲ ਬੈਠੇਗਾ ਹੀ ਨਹੀਂ, ਮਾਂ ਪਿਓ ਤੋਂ ਦੂਰ ਹੀ ਜਾਏਗਾ। ਕਾਹੇ ਕੀ ਕੁਛ ਲਾਤ, ਕਿਵੇਂ ਕੁਸ਼ਲ ਹੋ ਸਕਦੇ ਆ? ਹਾਥ ਦੀਪ ਕੂਏ ਪਰ ਹੈ, ਅੰਦਰ ਸਾਡੇ ਦੀਵਾ ਜੋਤ ਬਲਦਾ ਹੈ, ਪਰ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੈ। ਸਾਧ ਸੰਗਤ ਜੀ, ਮੈਂ ਨਹੀਂ ਕਹਿ ਸਕਦਾ ਮੇਰਾ ਬਲਦਾ, ਤੁਹਾਡਾ ਨਹੀਂ ਬਲਦਾ। ਕੋਈ ਸੰਤ ਜੀ ਬਾਬਾ ਜੀ ਕਹਿ ਸਕਦੇ ਨੇ ਮੈਂ ਬ੍ਰਹਮ ਗਿਆਨੀ ਹਾਂ, ਤੁਸੀਂ ਸਾਰੇ ਪਾਪੀ ਹੋ, ਗ੍ਰਸਤੀ ਹੋ। ਮੈਂ ਨਹੀਂ ਕਹਿ ਸਕਦਾ। ਆਈ ਐਮ ਜਸਟ ਲਾਈਕ ਯੂ। ਸਾਰਾ ਪਰਿਵਾਰ ਰਲ ਕੇ ਅਸੀਂ ਤੁਹਾਡੇ ਨਾਲ ਪ੍ਰੋਗਰਾਮ ਕਰਨ ਆਇਆ, ਸਾਂਝ ਕਰਨ ਆਇਆ। ਤੁਹਾਡੀ ਬੋਲੀ, ਤੁਹਾਡੇ ਸ਼ੂ 'ਚ ਪੈਰ ਪਾ ਕੇ ਤੁਹਾਡਾ ਦਰਦ ਸਮਝਦੇ ਹਾਂ, ਕਿਉਂਕਿ ਸਾਡਾ ਸਭ ਦਾ ਸੇਮ ਹੈ। ਜਿਸ ਬਾਬੇ ਨੇ ਵਿਆਹ ਨਹੀਂ ਕਰਾਇਆ ਉਹ ਤੇ ਕਹੇਗਾ ਤੁਸੀਂ ਪਾਪੀ ਹੋ। ਉਹਨੂੰ ਨਹੀਂ ਪਤਾ ਜੇ ਰਾਤੀ ਸਾਡੇ ਧੀਆਂ ਪੁੱਤਰ ਘਰ ਲੇਟ ਆਉਣ ਤੇ ਮਾਂ ਪਿਓ ਦੇ ਦਿਲ ਤੇ ਕੀ ਵਾਪਰਦੀ ਹੈ। ਉਸ ਨੂੰ ਨਹੀਂ ਪਤਾ ਪਤੀ ਪਤਨੀ ਨਾਲ ਕਿਵੇਂ ਸ਼ੇਕ ਹੈਂਡ ਕਰਕੇ, ਕਿਵੇਂ ਗਿਵ ਐਂਡ ਟੇਕ ਕਰਕੇ, ਕਿਵੇਂ ਸਾਂਝ ਵਿੱਚ ਰਹੀਦਾ ਹੈ। ਖੈਰ, ਅਸੀਂ ਜੇ ਅੰਦਰ ਦੀ ਜੋਤ ਬਾਲਣੀ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਮੈਂ ਜੋਤ ਜੋਤ ਹੈ ਸੋਏ। ਇਹਦਾ ਮਤਲਬ ਹਰ ਇੱਕ ਮਨੁੱਖ ਦੇ ਅੰਦਰ ਰੱਬ ਜੀ ਵਸਦੇ ਨੇ ਔਰ ਹਰ ਕਿਸੇ ਦੇ ਅੰਦਰ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਸਾਧ ਸੰਗਤ ਜੀ, ਮੈਂ ਕੋਈ ਸੰਸਕ੍ਰਿਤ ਹਿਬਰੂ ਨਹੀਂ ਬੋਲ ਰਿਹਾ, ਮੈਂ ਕੋਈ ਫਾਰਸੀ ਸਪੈਨਿਸ਼ ਨਹੀਂ ਬੋਲ ਰਿਹਾ, ਮੈਂ ਬਿਲਕੁਲ ਸਿੰਪਲ ਲੈਂਗੁਏਜ ਬੋਲ ਰਿਹਾ। ਸਭ ਮੈਂ ਜੋਤ, ਸਭ ਹੁੰਦਾ ਹੈ। ਕੋਈ ਬੜੀ ਮੁਸ਼ਕਿਲ ਪੰਜਾਬੀ ਨਹੀਂ ਹੈ, ਹਿੰਦੀ ਨਹੀਂ ਹੈ, ਸੰਸਕ੍ਰਿਤ ਨਹੀਂ ਹੈ, ਬਹੁਤ ਆਸਾਨ ਪੰਜਾਬੀ ਹੈ, ਠੇਠ ਨਹੀਂ ਹੈ, ਬੜੇ ਆਸਾਨ ਤਰੀਕੇ ਨਾਲ ਸਮਝਾ ਸਕਦੀ ਹੈ ਸਭ ਦਾ ਮਾਇਨਾ ਕੀ ਹੁੰਦਾ। ਈਚ ਐਂਡ ਐਵਰੀ ਬੀਇੰਗ, ਹਿਊਮਨ ਬੀਇੰਗ, ਸਭ ਮੈਂ ਜੋਤ ਜੋਤ ਹੈ ਸੋਏ। ਇੱਥੋਂ ਇੱਕ ਗੁਰਬਾਣੀ ਦਾ ਫੰਡਾਮੈਂਟਲ ਖੁੱਲੇਗਾ। ਜਦੋਂ ਸਾਨੂੰ ਕਿਹਾ ਜਾਂਦਾ ਹਜ਼ਾਰਾਂ ਲੱਖਾਂ ਪਿੱਛੇ ਕੋਈ ਇੱਕ ਵਿਰਲਾ ਟੁਰੇਗਾ, ਅਸੀਂ ਸੋਚਦੇ ਹਾਂ ਉਹ ਵਿਰਲਾ ਮੈਂ ਹੈ ਨਹੀਂ। ਜੇ ਸਾਨੂੰ ਕਹਿ ਦਿੱਤਾ ਜਾਏ ਇੱਕ ਸ਼ਹਿਰ ਦੇ ਅੰਦਰ ਹਜ਼ਾਰਾਂ ਇੰਜੀਨੀਅਰ ਹੋਣ ਪਰ ਕੋਈ ਰੱਬ ਦਾ ਇੱਕ ਵਿਰਲਾ ਹੋਏਗਾ, ਲੱਖਾਂ ਡਾਕਟਰ ਹੋਣ ਕੋਈ ਇੱਕ ਵਿਰਲਾ ਹੋਏਗਾ, ਕੋਈ ਕੰਟਰੀ, ਕੋਈ ਦੁਨੀਆ ਇਸ ਤਰ੍ਹਾਂ ਬਹੁਤ ਕਰੋੜਾਂ ਪਿੱਛੇ ਕੋਈ ਇੱਕ ਵਿਰਲਾ ਮਾਰਗ ਤੇ ਟੁਰਦਾ ਹੈ। ਮਨੁੱਖ ਆਪਣੇ ਨਾਲ ਰਿਲੇਟ ਨਹੀਂ ਕਰ ਸਕਦਾ ਔਰ ਮਨੁੱਖ ਆਪਣੇ ਆਪ ਨੂੰ ਛੁੱਟੀ ਵੀ ਲੈ ਲੈਂਦਾ ਹੈ, ਐਸਕੇਪ ਕਰ ਜਾਂਦਾ ਕਿ ਮੈਂ ਉਹ ਵਿਰਲਾ ਹੈ ਨਹੀਂ। ਤੁਸੀਂ ਆਪ ਕਹਿੰਦੇ ਹੋ ਜੀ ਇਹ ਸਿੱਖੀ ਬਹੁਤ ਮੁਸ਼ਕਲ ਹੈ, ਤੇ ਸੰਗਤਾਂ ਕਹਿੰਦੀ ਹੈ ਮੁਸ਼ਕਲ ਨੂੰ ਆਪਣੇ ਕੋਲ ਰੱਖੋ, ਫਿਰ ਵੀ ਕੈਨ ਨਾਟ ਲਿਵ ਔਨ ਇਟ। ਹੈ ਆਸਾਨ। ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਣਾ ਦੁਨੀਆ ਪਤ, ਮੁਸ਼ਕਲ ਮੈਂ ਕਰ ਲਈ ਗਾਖੜੀ, ਇੰਪੋਸੀਬਲ ਕਰ ਲਈ ਜਦੋਂ ਦੁਨੀਆ ਦੀ ਚਾਲ ਮੈਂ ਚੱਲਣਾ ਸ਼ੁਰੂ ਕੀਤਾ। ਦੁਨੀਆ ਦੀ ਚਾਲ ਕੀ ਹੈ? ਬੰਨ ਉਠਾਈ ਪੋਟਲੀ, ਕਿੱਥੇ ਵੰਜਾ ਕੱਤ। ਲੋਕ ਅਵਗੁਣਾ ਕੀ ਬੰਨਾ ਗੰਠੜੀ। ਲੋਕੀ ਮੋਸਟਲੀ ਅਵਗੁਣ ਕਰਦੇ ਰਹਿੰਦੇ ਨੇ ਔਰ ਅਵਗੁਣਾ ਦੇ ਨਾਲ ਉਹਨਾਂ ਦੀ ਜੀਵਨ ਚਾਲ ਚੱਲਦੀ ਹੈ। ਮੈਂ ਉਹਦੀ ਕਾਪੀ ਕਰਨੀ ਸ਼ੁਰੂ ਕਰ ਦਿੱਤੀ। ਮੇਰਾ ਰੱਬੀ ਮਿਲਣ ਦਾ ਰਸਤਾ ਔਖਾ ਹੋ ਗਿਆ, ਗਾਖੜੀ ਹੋ ਗਈ। ਦਰ ਦਰਵੇਸ਼ੀ ਗਾਖੜੀ, ਫਰੀਦ ਜੀ ਕਹਿੰਦੇ ਨੇ। ਹੁਣ ਇਹ ਜੋਤ ਸਭ ਦੇ ਅੰਦਰ ਜੇ ਹੈ ਤਾਂ ਹਰ ਕੋਈ ਵਿਰਲਾ ਬਣ ਸਕਦਾ ਹੈ। ਇਹਦਾ ਮਤਲਬ ਬਾਣੀ ਇਹ ਕਹਿੰਦੀ ਹੈ ਜੇ ਕੋ, ਅਸੀਂ ਜਦੋਂ ਤੱਕ ਤੇ ਬਾਣੀ ਇਹ 'ਚ ਪੜ੍ਹਦੇ ਸਾਂ ਕਿ ਮੈਂ ਬਾਥਰੂਮ ਅੰਦਰ ਗਿਆ, ਕੱਪੜੇ ਨਿਚੋੜਦਾ ਹੋਇਆ ਬਾਹਰ ਆਇਆ, ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ, ਮੇਰਾ ਜਪਜੀ ਸਾਹਿਬ ਪੂਰਾ ਹੋ ਗਿਆ। ਜੇ ਤਾਂ ਇੰਝ ਕਰਦੇ ਸਾਂ ਸਮਝ ਨਹੀਂ ਸੀ ਆਉਂਦੀ। ਉਚਾਰਨ ਕਰਦੇ ਸਾਂ ਜੇ ਕੋ ਮਨ ਜਾਣੇ ਮਨ ਕੋਏ, ਪਤਾ ਨਹੀਂ ਸੀ ਲੱਗਦਾ। ਸ਼ੁੱਧ ਉਚਾਰਨ ਕਰਾਂਗੇ ਸਹਿਜੇ ਸਹਿਜੇ ਸਮਝ ਕੇ ਤਾਂ ਕਹਿੰਦੇ ਹਨ ਜੇ ਕੋ whosoever। ਜਦੋਂ ਕਦੇ ਕੋਈ ਵੀ ਮਨ ਜਾਣੇ ਰੱਬ ਜੀ ਦਾ, ਸੱਚ ਦਾ, ਸਤਿਗੁਰ ਦੀ ਮੱਤ ਨੂੰ ਲੈਣ ਦਾ ਸੁਨੇਹਾ ਜਿਹੜਾ ਮਨ ਲੈਂਦਾ ਹੈ, whosoever accepts, ਜੇ ਕੋ ਵਿਸ਼ਰਾਮ, ਜੇ ਕੋ ਮਨ ਜਾਣੇ ਮਨ ਕੋਏ ਬਣ ਜਾਂਦਾ ਹੈ। ਮਨ ਕੋਏ, ਮਨ ਕੋਏ ਮੀਨਸ ਉਹ ਵਿਰਲਾ ਬਣ ਜਾਂਦਾ ਹੈ। ਜੋ ਇਨਸਾਨ ਵਿਰਲਾ ਬਣਨਾ ਚਾਹੁੰਦਾ ਹੈ ਉਹ ਕੁਝ ਸਿੱਖਣਾ ਚਾਹੇਗਾ।
वो रोज़ सवेरे जपजी साहब पढ़न वाले गुरु नानक पातशाह के पूरे उस मोड विच आएगा जिस मोड विच जपजी साहब विच तरला है। ਉਹਦੀ 38 ਪੌੜੀਆਂ ਦੀ ਜਰਨੀ ਸ਼ੁਰੂ ਹੁੰਦੀ ਹੈ। ਜਪਜੀ ਸਾਹਿਬ ਵਿੱਚ ਅਸੀਂ ਇਹ ਵੀ ਡਿਸਕਸ ਕੀਤਾ, ਪਹਿਲੀ ਪੌੜੀ 'ਚ ਜਿਸ ਮਨ ਨੇ ਪੁੱਛਿਆ ਮੈਂ ਸਚਿਆਰਾ ਕਿਵੇਂ ਬਣਾ, 38 ਦੀ 38 ਪੌੜੀਆਂ ਉਸਦੀ ਯਾਤਰਾ ਹੈ ਉਸਨੂੰ ਕੂੜ ਛੁਡਾ ਕੇ ਸਚਿਆਰ ਬਣਨ ਦੀ। ਔਰ ਜਦੋਂ ਕੋਈ ਇਨਸਾਨ ਸਚਿਆਰ ਬਣ ਜਾਂਦਾ ਹੈ ਉਹ ਮਰਨ ਤੋਂ ਬਾਅਦ ਅਸਮਾਨ 'ਤੇ ਕਿਸੇ ਸਵਰਗ ਪਰਲੋਕ ਬਹਿਸ਼ਤ ਜੰਨਤ ਸਵਰਗ ਵਿੱਚ ਪੈਰਾਡਾਈਜ਼ ਵਿੱਚ ਨਹੀਂ ਜਾਂਦਾ, ਬਲਕਿ ਉਹ ਜੀਂਦੇ ਜੀ ਆਪਣੇ ਅੰਦਰ ਜਾਣ ਦੀ ਜਾਚ ਸਿੱਖ ਜਾਂਦਾ ਹੈ। ਔਰ ਉਸਨੂੰ ਅੰਦਰ ਜਾਣ ਵਾਲੀ ਜਿਹੜੀ ਜਾਚ ਆਉਂਦੀ ਹੈ ਉਸਨੂੰ ਅੰਦਰ ਸੱਚਖੰਡ ਪ੍ਰਾਪਤ ਹੁੰਦਾ ਔਰ ਉੱਥੇ ਦੇਖਦਾ ਸੱਚਖੰਡ ਵਸੇ ਨਿਰੰਕਾਰ, ਵਾਓ ਓ ਮਾਈ ਗॉड ਯੂ ਰਿਜ਼ਾਈਡ ਹੀਅਰ ਵਿਦਿਨ ਮੀ। ਫਿਰ ਉਹ ਬਾਹਰਲੇ ਤੀਰਥਾਂ ਤੋਂ ਛੁੱਟ ਜਾਂਦਾ ਹੈ, ਉਸਨੂੰ ਕੋਈ ਤੀਰਥਾਂ 'ਤੇ ਸਾਲਾਨਾ ਜਾਂ ਹਰ ਮਹੀਨੇ ਨਹੀਂ ਜਾਣਾ ਪੈਂਦਾ, ਚੋਲੇ ਵੀ ਨਹੀਂ ਚੜਾਉਣੇ ਪੈਂਦੇ, ਜਾ ਕੇ ਕੋਈ ਸੁੱਖਣਾ ਵੀ ਨਹੀਂ ਸੁੱਖਣੀ ਪੈਂਦੀ। ਉਹ ਕਹਿੰਦਾ ਊਆਂ ਤੋ ਜਾਈਏ ਜੋ ਈਆਂ ਨਾ ਹੋਏ, ਇੱਥੇ ਰੱਬ ਜੀ ਹਨ। ਛੁੱਟ ਗਏ, ਕਿਤਨਾ ਸੌਖਾ ਕਰਦੀ ਜਾਂਦੀ ਹੈ ਸਾਨੂੰ ਬਾਣੀ। ਅਸੀਂ ਧੱਕੇ ਨਾਲ ਜਾਂਦੇ ਹਾਂ, ਉੱਥੇ ਲੈਂਡਸਲਾਈਡ ਹੋ ਜਾਂਦਾ, ਬੱਸਾਂ ਟਹਿ ਪੈਂਦੀਆਂ, ਕਿੰਨੇ ਕਿਹਾ ਸਾਨੂੰ ਜਾਓ ਬਈ। ਰੱਬ ਜੀ ਤੇ ਸਭ ਜਗ੍ਹਾ ਹਨ, ਆਪ ਪੜੀ ਜਾ ਰਹੇ ਆ ਬਲਿਹਾਰੀ ਕੁਦਰਤ ਵਸਿਆ, ਯੂ ਆਰ ਐਵਰੀਵੇਅਰ। ਇਹ ਗੱਲਾਂ ਨੌਜਵਾਨ ਪੁੱਛਦਾ ਤਾਂ ਮਾਪਿਓ ਕਹਿੰਦੇ ਨੇ ਮੈਨੂੰ ਇਹਦਾ ਜਵਾਬ ਨਹੀਂ ਆਉਂਦਾ, ਜ਼ਮਾਨਾ ਵਿਗੜ ਗਿਆ, ਨੌਜਵਾਨ ਪੜ੍ਹ ਜ਼ਿਆਦਾ ਗਏ ਨੇ, ਹੁज्जत ਕਰਦੇ ਨੇ। ਗੁਰੂ ਪਾਤਸ਼ਾਹ ਇਹਨਾਂ ਦਾ ਜਵਾਬ ਦਿੰਦੇ ਨੇ ਜਿਹਦੇ ਨਾਲ ਨੌਜਵਾਨ ਕਨਵਿੰਸ ਹੋ ਜਾਂਦਾ ਔਰ ਕਨਵਿੰਸ ਹੋਣ ਤੋਂ ਬਾਅਦ ਉਹ ਬਾਣੀ ਪੜ੍ਹਨ ਦੇ ਬਾਣੀ ਸਮਝਣ ਦੇ ਰਾਹ 'ਤੇ ਪੈ ਜਾਂਦਾ, ਕਿਉਂਕਿ ਉਸਨੂੰ ਅੰਦਰੋਂ ਮਾਣ ਆਉਂਦਾ ਹੈ ਕਿ ਮੇਰੇ ਗੁਰੂ ਪਾਤਸ਼ਾਹ ਨੇ ਇਤਨੀ ਗ੍ਰੇਟ ਗੱਲ ਕੀਤੀ। ਸੋ ਜਪਜੀ ਦੀ ਅੰਦਰ ਲੜੀਵਾਰ ਅੰਦਰ ਚੱਲ ਕੇ ਪਤਾ ਲੱਗਾ, ਉਸ ਮਨ ਨੂੰ ਦੱਸਦੇ ਨੇ ਤੇਰੇ ਅੰਦਰ ਅਨੇਕਾਂ ਐਸੇ ਖਿਆਲ ਹਨ, ਪਤਾਲਾਂ ਪਤਾਲ, ਮੰਦੇ ਮੰਦੇ ਖਿਆਲ। ਇਸ ਕਰਕੇ ਅਸੀਂ ਇੱਕ ਵਾਰ ਇੱਕ ਸੱਜਣ ਨੂੰ ਪੁੱਛਿਆ ਸੀ, ਜੇਕਰ ਕੋਈ ਡਾਕਟਰ ਕੋਲ ਬੱਚਾ ਜਾਏ ਔਰ ਡਾਕਟਰ ਨੂੰ ਜਾ ਕੇ ਕਹੇ ਡਾਕਟਰ ਸਾਹਿਬ ਮੇਰਾ ਪੇਟ ਖਰਾਬ ਹੈ, ਮੈਂ ਕੁਝ ਖਾ ਨਹੀਂ ਸਕਦਾ ਪਿਆ, ਡਾਕਟਰ ਨੂੰ ਕਹੇ ਤੈਨੂੰ ਪਤਾ ਲੱਖਾਂ ਧਰਤੀਆਂ ਨੇ, ਲੱਖਾਂ ਅਸਮਾਨ ਨੇ, ਕਹੇਗਾ ਅੱਛਾ ਡਾਕਟਰ ਸਾਹਿਬ ਲੱਖਾਂ ਧਰਤੀਆਂ ਨੇ, ਲੱਖਾਂ ਅਸਮਾਨ ਨੇ, ਮੈਂ ਮੰਨ ਲਿਆ, ਮੇਰਾ ਨਾ ਪੇਟ ਖਰਾਬ ਹੈ, ਇਹਦੇ ਵਾਸਤੇ ਕਾਈਂਡਲੀ ਮੈਨੂੰ ਦਵਾਈ ਦਿਓ। ਨਹੀਂ ਤੂੰ ਸੁਣ, ਬੜੇ ਸਾਰੇ ਲੋਕੀ ਨੇ ਜਿਹੜੇ ਇੱਕ ਧਰਤੀ ਮੰਨਦੇ ਨੇ, ਇੱਕ ਅਸਮਾਨ ਮੰਨਦੇ ਨੇ, ਕਈ ਨੇ। ਉਹ ਕਹੇਗਾ ਅੱਛਾ ਡਾਕਟਰ ਸਾਹਿਬ ਕਈ ਹਨ, ਪਰ ਹੁਣ ਮੇਰੀ ਬਿਮਾਰੀ ਇਹ ਹੈ, ਮੇਰਾ ਪੇਟ ਖਰਾਬ ਹੈ, ਇਹਦੀ ਦਵਾਈ ਦਿਓ। ਅਸੀਂ ਜਦੋਂ ਜਪਜੀ ਸਾਹਿਬ ਸਮਝ ਰਹੇ ਸਾਂ, ਅਸੀਂ ਹੈਰਾਨ ਹੋ ਰਹੇ ਸਾਂ, ਉਸ ਮਨ ਨੂੰ ਕਿਹਾ ਜਾ ਰਿਹਾ ਕਿ ਤੇਰੇ ਖਿਆਲਾਂ ਦੀ ਅਨੇਕਾਂ ਪਤਾਲਾਂ ਪਤਾਲ ਹਨ, ਮੰਦੇ ਮੰਦੇ ਖਿਆਲ ਵੀ ਹਰ ਇਨਸਾਨ ਨੂੰ ਆਉਂਦੇ ਹਨ, ਅਨੇਕਾਂ, ਲੱਖ ਆਗਾਸਾਂ ਆਗਾਸ, ਉਸਨੂੰ ਅਨੇਕਾਂ ਚੰਗੇ ਖਿਆਲ ਵੀ ਆਉਂਦੇ ਹਨ। ਇਹ ਗੱਲ ਵੱਖਰੀ ਹੈ ਕਿ ਚੰਗੇ ਖਿਆਲ ਅਸੀਂ ਵਰਤਦੇ ਨਹੀਂ ਹਾਂ। ਜੇ ਚੰਗੇ ਖਿਆਲਾਂ ਦੀ ਨੌਲੇਜ ਹੋਵੇ ਉਸਨੂੰ ਵਰਤੋ ਨਾ, ਤੇ ਉਹ ਨੌਲੇਜ ਇਕੱਠੀ ਕਰ ਲਈ, ਜਿਵੇਂ ਖਰ ਚੰਦਨ ਜਸ ਭਾਰਾ, ਖੋਤੇ ਨੇ ਸਿਰ ਤੇ ਵਜਨ ਲੱਦ ਲਿਆ, ਪਰ ਵਰਤਦਾ ਨਹੀਂ ਹੈ। ਖੋਤਾ ਡਜ਼ਨਟ ਨੋ ਹਾਊ ਟੂ ਮੇਕ ਬੈਸਟ ਯੂਜ਼ ਆਫ ਇਟ। ਸਾਨੂੰ ਵੀ ਸਮਝ ਨਹੀਂ ਆ, ਅਸੀਂ ਕਹਿੰਦੇ ਆ ਜਾਓ ਜੀ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰੋ, ਦਿਲ ਨਾਲ ਕਰਨਾ, ਪੁੱਤਰ ਦੇ ਦੇਣਗੇ। ਜੇ ਤੁਹਾਨੂੰ ਇੱਕ ਪੁੱਤਰ ਚਾਹੀਦਾ ਤਾਂ ਠੀਕ ਹੈ, ਹੋਰ ਦਿਲ ਨਾਲ ਜ਼ਿਆਦਾ ਕਰਨਾ, ਦੋ ਵੀ ਦੇ ਦੇਣਗੇ। ਫਿਰ ਡੇਟ ਵੀ ਪ੍ਰਸਕ੍ਰਾਈਬ ਕਰ ਦੇਣਾ ਕਦੋਂ ਚਾਹੀਦੇ ਨੇ, 2 ਪੁੱਤਰ ਚਾਹੀਦੇ ਨੇ, ਸਾਧ ਸਮਝੀ ਸੱਚੇ ਦਿਨ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਾਤਸ਼ਾਹ ਕੋਲ ਅਸੀਂ ਜੇ ਇਹਨਾਂ ਕੰਮਾਂ ਵਾਸਤੇ ਆਉਣਾ ਹੈ ਤੇ ਅਸੀਂ ਰਤਨ ਜਵਾਹਰ ਮਾਣਿਕ ਦੇ ਨਾਲ ਗੋਭੀ ਦਾ ਫੁੱਲ ਖਰੀਦਣ, ਪਿਆਜ਼ ਆਲੂ ਖਰੀਦਣ ਤੁਰ ਪਏ। ਕਿਤਨੀ ਹਾਸੋ ਵਾਲੀ ਗੱਲ ਹੈ। ਗੁਰੂ ਪਾਤਸ਼ਾਹ ਮੈਨੂੰ ਰਤਨ ਜਵਾਹਰ ਮਾਣਿਕ ਵਰਗੀ ਮੱਤ ਦਿੰਦੇ ਨੇ, ਜਿਸ ਦਾ ਵਪਾਰ ਨੂੰ ਕਹਿੰਦੇ ਨੇ ਅਮੁੱਲ ਗੁਣ ਅਮੁੱਲ ਵਪਾਰ। ਚੰਗੇ ਗੁਣ ਅਮੁੱਲ ਹੁੰਦੇ ਨੇ, ਕਿੱਥੋਂ ਕਿਸੇ ਸਟੋਰ ਤੋਂ ਖਰੀਦੇ ਨਹੀਂ ਜਾ ਸਕਦੇ ਨੇ।
ਚੰਗੇ ਗੁਣ ਮਾਪਿਓ ਤੋਂ ਮਿਲਦੇ ਹਨ, ਬਜ਼ੁਰਗਾਂ ਤੋਂ ਮਿਲਦੇ ਹਨ। ਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਿਖਾਉਂਦੀ, ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਾਂ। ਕੈਸਰ, ਜਿਸ ਨੂੰ ਸੀਜ਼ਰ ਵੀ ਕਹਿ ਦਿੰਦੇ ਨੇ, ਕੈਸਰ ਦੁਨੀਆ ਦਾ ਇੱਕ ਐਸਾ ਰਾਜਾ ਹੈ ਰੋਮ ਦਾ, ਜਿਹਦਾ ਨਾਂ ਸਾਰੀ ਦੁਨੀਆ 'ਚ ਮਸ਼ਹੂਰ ਹੈ। ਫਰੀਦ ਜੀ ਉਸਦਾ ਨਾਂ ਲੈਂਦੇ ਨੇ। ਫਰੀਦਾ ਕੰਧ ਕੁਹਾੜਾ ਸਿਰ ਘੜਾ ਵਣ ਕੈਸਰ ਲੋਹਾਰ, ਹੋ ਲੋੜੀ ਸੋ ਆਪਣਾ ਤੂੰ ਲੋੜੈ ਅੰਗਿਆਰ। ਕੈਸਰ, ਕੈਸਰ ਇੱਕ ਐਸਾ ਰਾਜਾ ਸੀ ਜਿਸ ਦੀ ਮਾਂ ਨੇ ਉਸ ਨੂੰ ਜਨਮ ਦਿੱਤਾ, ਪਰ ਜਨਮ ਦੇਣ ਸਾਰ ਮਾਂ ਮਰ ਗਈ। ਹਰ ਇਨਸਾਨ ਨੂੰ ਜੇਕਰ ਮਾਂ ਮਿਲ ਜਾਏ ਤਾਂ ਮਾਂ ਉਸ ਦੀ ਪਰਵਰਿਸ਼ ਕਰਦੀ ਹੈ। ਹਰ ਮਾਂ ਬੱਚੇ ਦਾ ਭਲਾ ਚਾਹੁੰਦੀ ਹੈ, ਉਸ ਨੂੰ ਚੰਗੇ ਚੰਗੇ ਗੁਣ ਸਿਖਾਉਂਦੀ ਹੈ। ਪਰ ਕੈਸਰ ਦੀ ਮਾਂ ਮਰ ਗਈ ਸੀ, ਇਸ ਕਰਕੇ ਕੈਸਰ ਆਪਣਾ ਜਦੋਂ ਵੱਡਾ ਹੋਇਆ ਤਾਂ ਬੜਾ ਕਰੂਅਲ ਰਾਜਾ ਹੋਇਆ ਔਰ ਉਸਨੇ ਬੜੀ ਦੁਨੀਆ ਨੂੰ ਸਜ਼ਾ ਔਰ ਫਾਂਸੀਆਂ ਦਿੱਤੀਆਂ। ਫਰੀਦ ਜੀ ਕਹਿੰਦੇ ਨੇ, ਅੱਜ ਧਰਤੀ 'ਤੇ ਹਰ ਮਨੁੱਖ ਆਪਣੇ ਕੰਧ ਕੁਹਾੜਾ ਸਿਰ ਘੜਾ ਜੰਗਲ ਵਿੱਚ ਜਿਵੇਂ ਕੁਲਾੜੀ ਰੱਖ ਕੇ ਕੋਈ ਜਾਏ ਔਰ ਜਿਹੜੀ ਮਰਜ਼ੀ ਲੱਕੜ ਕੱਟ ਲਵੇ, ਐਂ ਤੂੰ ਕੈਸਰ ਬਣਿਆ ਫਿਰਦਾ। ਹੋ ਲੋੜੀ ਸੋ ਆਪਣਾ ਤੂੰ ਲੋੜੈ ਅੰਗਿਆਰ। ਹਰ ਲੱਕੜ ਦੇ ਵਿੱਚ ਅੱਗ ਹੁੰਦੀ ਹੈ ਔਰ ਤੂੰ ਅੱਗ ਪਿਆ ਲੱਭਣਾ। ਮੈਂ ਤੇ ਆਪਣੇ ਸ਼ਾਹ ਬਹਿਰਾਮ ਨੂੰ ਲੱਭਣ ਆਇਆ, ਆਪਣੇ ਬਿਲਵਡ ਪਿਆਰੇ ਨੂੰ ਲੱਭਣ ਆਇਆ। ਜੋ ਇਸ ਤਰ੍ਹਾਂ ਲੱਭਦਾ ਹੈ ਉਹ ਪੁੱਛਣਾ ਚਾਹੁੰਦਾ, ਮੈਂ ਕੁੜਿਆਰ ਤੋਂ ਸਚਿਆਰ ਕਿਵੇਂ ਬਣਾ, ਕਿਉਂ ਕੂੜਾ ਟੁੱਟੇ ਪਾਲ। ਉਹ ਹੁਕਮ ਰਜ਼ਾਈ ਚੱਲਣਾ ਸਿੱਖਦਾ ਤਾਂ ਉਸ ਦੀ ਜੀਵਨ ਜਾਂਚ ਵੀ ਉਸ ਨੂੰ ਆਸਤਾ ਐਸੀ ਸਟੇਟ ਆਫ ਮਾਈਂਡ ਤੱਕ ਪਹੁੰਚਦਾ ਹੈ ਜਿੱਥੇ ਉਹਨੂੰ ਧਰਮਖੰਡ, ਗਿਆਨਖੰਡ, ਕਰਮਖੰਡ ਤੋਂ ਸੱਚਖੰਡ ਵਸੇ ਨਿਰੰਕਾਰ ਦੀ ਅਵਸਥਾ ਸਮਝ ਆਉਂਦੀ ਹੈ। ਪਰ ਸਾਸਨ ਜੀ, ਧਰਮਖੰਡ ਹੁੰਦਾ ਕੀ ਹੈ? ਧਰਮਖੰਡ ਇਜ਼ ਨਾਟ ਅ ਨੇਮ ਆਫ ਆਰਗੇਨਾਈਜ਼ਡ ਰਿਲੀਜਨ। ਡੂਜ਼ ਐਂਡ ਡੋਂਟਸ ਨੂੰ ਧਰਮਖੰਡ ਨਹੀਂ ਕਹਿੰਦੇ। ਡਿਕਸ਼ਨਰੀਜ਼ ਦੇ ਮੁਤਾਬਕ ਕਹਿੰਦੇ ਹੋਣਗੇ, ਗੁਰਬਾਣੀ ਮੁਤਾਬਕ ਕਹਿੰਦੇ ਨੇ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਦੋਂ ਅਸੀਂ ਆਈਡੀਅਲ ਕਰਮ ਕਰਦੇ ਹਾਂ ਤਾਂ ਉਹ ਧਰਮ ਸਾਰੀ ਦੁਨੀਆ 'ਤੇ ਇੱਕੋ ਹੁੰਦਾ ਹੈ। ਇੱਕੋ ਧਰਮ ਦ੍ਰਿੜ੍ਹ ਸੱਚ ਕੋਈ। ਵੱਖਰੇ ਵੱਖਰੇ ਧਰਮ ਨਹੀਂ ਹੁੰਦੇ, ਵੱਖਰੇ ਵੱਖਰੇ ਮਨੁੱਖਾਂ ਦੇ ਬਣਾਏ ਮਜ਼ਹਬ ਹੁੰਦੇ ਨੇ। ਜਦੋਂ ਇੱਕ ਧਰਮ 'ਤੇ ਅਸੀਂ ਜੀਣਾ ਚਾਹੁੰਦੇ ਹਾਂ ਤਾਂ ਮੈਂ ਵਿਰਲਾ ਬਣਨ ਦੀ ਜਰਨੀ 'ਤੇ ਹਾਂ। ਸੋ ਇੱਕ ਧਰਮ, ਸੱਚ ਦਾ ਧਰਮ, ਉਹ ਸਭ ਦੇ ਅੰਦਰ ਦੀ ਜਿਹੜੀ ਆਵਾਜ਼ ਹੈ, ਉਸ ਆਵਾਜ਼ ਅਨੁਸਾਰ ਜੀਣਾ, ਉਹਨੂੰ ਧੁਰ ਕੀ ਬਾਣੀ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਧੁਰ ਕੀ ਬਾਣੀ ਸਿੱਖਣ ਸਮਝਣ ਦੀ ਜਾਚ ਸਿਖਾਉਂਦੀ ਹੈ। ਜਦੋਂ ਕੈਸਰ ਵਾਂਗੂ ਅਸੀਂ ਆਪਣੇ ਮਾਤਾ ਪਿਤਾ ਔਰ ਆਪਣੇ ਬਜ਼ੁਰਗ ਉਹਨਾਂ ਤੋਂ ਤਿਲਾਂਜਲੀ ਲੈ ਕੇ ਪਰੇ ਹੋ ਜਾਂਦੇ ਹਾਂ। ਸਾਧ ਸੰਗਤ ਜੀ, ਅਮਰੀਕਾ ਲਿਬਰਲ ਕੰਟਰੀ ਹੈ। ਇਹ ਕਹਿ ਕੇ ਅਸੀਂ ਬੜਾ ਕੁਛ ਆਪਣਾ ਵਿਗਾੜ ਲਿਆ। ਲੇਕਿਨ ਮੈਂ ਜਦੋਂ ਅਮਰੀਕਾ ਦੀ ਸਟੈਟਿਸਟਿਕ ਪੜ੍ਹਦਾ ਤਾਂ ਜਿਹੜੇ ਸਕੂਲਾਂ ਦੇ ਬੱਚੇ ਐਵਰੇਜ ਲੈਵਲ ਤੋਂ ਅਬਵ ਲੈਵਲ 'ਤੇ ਰਹਿੰਦੇ ਨੇ, ਐਕੈਡੈਮਿਕਲੀ ਸਮਾਰਟ ਨੇ, ਬਿਹੇਵੀਅਰ ਵਾਈਜ਼ ਗੁੱਡ ਨੇ, ਉਹ ਸਾਰੇ ਦੇ ਸਾਰੇ ਅਮਰੀਕਨ ਗੋਰਿਆਂ ਦੇ ਬੱਚੇ ਆਪਣੇ ਦਾਦਾ ਦਾਦੀ ਨਾਲ ਜਾਂ ਨਾਨਾ ਨਾਨੀ ਨਾਲ ਰਹਿੰਦੇ ਹਨ। ਅਸੀਂ ਉਹਨਾਂ ਦਾ ਸਿਰਫ ਉਹ ਪੱਖ ਕਾਪੀ ਕੀਤਾ ਜਿਹੜਾ ਸਾਡੇ ਸਾਹਮਣੇ ਮੈਜੋਰਿਟੀ ਵਿੱਚ ਆਉਂਦਾ ਹੈ ਕਿ ਇਹ ਤੇ 13 ਸਾਲ ਦੇ ਹੋ ਕੇ ਘਰ-ਬਾਰ ਛੋੜ ਜਾਂਦੇ ਨੇ, ਮੈਂ ਵੀ ਛੱਡਣਾ ਹੈ। ਅਸੀਂ ਆਪਣੇ ਬਜ਼ੁਰਗਾਂ ਕੋਲ ਨਹੀਂ ਰਹੇ, ਅਸੀਂ ਕਿਉਂ ਕੈਸਰ ਰਾਜਾ ਬਣ ਰਹੇ ਹਾਂ? ਵਾਈ ਵੀ ਆਰ ਰੋਮਿੰਗ ਅਰਾਊਂਡ? ਗੁਰੂ ਪਾਤਸ਼ਾਹ ਸਾਨੂੰ ਜਾਤ ਸਿਖਾ ਰਹੇ ਨੇ। ਧਰਮਖੰਡ ਫਿਰ ਕੀ ਹੈ? ਧਰਮਖੰਡ ਹੈ ਜਿਸ ਦਿਨ ਇਨਸਾਨ ਇਹ ਰਿਅਲਾਈਜ਼ ਕਰਦਾ ਹੈ ਕਿ ਮੈਂ ਅਵਗੁਣਿਆਰਾ ਹਾਂ, ਗੁਰਮਤ ਅਨੁਸਾਰ ਇਹ ਅਵਸਥਾ 'ਚ ਪਹੁੰਚ ਗਿਆ, ਧਰਮਖੰਡ। ਮੈਂ ਤੇ ਆਪਣੇ ਆਪ ਨੂੰ ਅਵਗੁਣਿਆਰਾ ਹੀ ਨਹੀਂ ਸਮਝਦਾ, ਮੈਂ ਤੇ ਕੋਈ ਖਾਸ ਭੇਖ ਬਣਾ ਕੇ ਕਰਮਕਾਂਡ ਔਰ ਪਾਖੰਡ ਕਰਕੇ ਮੈਂ ਸਮਝਦਾ ਮੈਂ ਤੇ ਧਰਮੀ ਹਾਂ, ਮੈਂ ਤੇ ਆਸਤਕ ਹਾਂ। ਧਰਮਖੰਡ ਫਿਰ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ। ਗੁਰਬਾਣੀ ਅਨੁਸਾਰ ਜਪਜੀ ਸਾਹਿਬ ਮੁੱਢਲੀ ਪਹਿਲੀ ਬਾਣੀ ਮੁਤਾਬਕ ਧਰਮਖੰਡ ਦਾ ਮਤਲਬ ਹੁੰਦਾ ਹੈ ਦ ਡੇ ਵਨ ਰਿਅਲਾਈਜ਼ਸ ਕਿ ਮੈਂ ਫੁੱਲ ਆਫ ਡੈਫੀਸ਼ੀਐਂਸੀਜ਼ ਹਾਂ,
मेरे अंदर वाइसिस ਹਨ, मेरे अंदर ਚੰਗੀਆਂ ਆਦਤਾਂ ਨਹੀਂ ਹਨ। ਇਸ ਨੂੰ ਕੂੜ ਕਹਿੰਦੇ ਨੇ, ਇਸ ਨੂੰ ਮੈਲ ਕਹਿੰਦੇ ਨੇ, ਇਹਨੂੰ ਫੌਗ ਕਹਿੰਦੇ ਨੇ, ਇਹਨੂੰ ਧੁੰਦ ਕਹਿੰਦੇ ਨੇ, ਇਹਨੂੰ ਭਰਮ ਕਹਿੰਦੇ ਨੇ। ਲੇਕਿਨ ਜੇ ਸੱਚ ਸੁਣ ਜਾਓ, ਇਹ ਸੱਚ ਦੀ ਤਾਕਤ ਹੈ ਕਿ ਝੂਠ ਦੇ ਸਾਰੇ ਪਾਖੰਡ ਦੇ ਕੂੜ ਕਬਾੜ ਦਾ ਪੂਰਾ ਪੰਡਾਲ ਉੱਡ ਜਾਂਦਾ ਹੈ। देखो भाई ज्ञान की आई आंधी, सब उड़ानी भ्रम की टाटी रह है ना माया बांधी। ए तेरे भरम की जितनी छत है ना, ये तेरी सारी झुग्गी चौंपड़ी, तेरा सोचनी सब उड़ जाती है। जिस दिन सच सुनो, सारी उम्र मेरा मन तूती वजांदा रहता, अपना बिगुल वजांदा रहता है, मैनू सच ते टुरन नहीं देंदा है। इनू ही ते कूड़ कहंदे ने, मेरे मन की मत ओवर कॉन्फिडेंट, मैनू सब कुछ पता है। लेकिन जो ही सच आवे, इसनू जाना पैंदा है। 4 दिन अपनी नौबत चले बजाए, इतना खट्टिया जो चंगे ख्यालों के बदले मंदे ख्याल खट्टे हुए ने, कट्ठे किए ने, गठिया पोटली बनाई हुई है, मोटिया सब मिट्टी, यूजलैस। संग ना किछलै जाए, साध संगत जी, संग ना किछलै जाए दे अर्थ कीते जांदे ने, जदों मर जावांगे तो नाल कुछ नहीं ले जावांगे। गुरबाणी कहती है जींदे जी जदों तू अंदर रब जी को जाना चाहता है, इंट्रोस्पैक्शन करना चाहता है, रब तेरे अंदर वसदा है, तू अंदर जा नहीं पाता क्योंकि तेरे नाल कूड़ है। एक इतना खट्टिया गठिया मिट्टी है, सब मिट्टी है। एक कूड़ तेनू बाहर छड्ड के अंदर जाना पेगा। जदों पत्नी पति नू कहती है तुसीं मेरे नाल इतना मिसबिहेव करते हो, कदे जे तुहाडी भैन नाल कोई इंज करे, वो अपनी गिरबान झांक ही नहीं सकता। क्यों? वो अंदर रब जी दे जा ही नहीं सकता, क्योंकि वो कूड़ दे नाल है। जे वो अपनी कूड़ नू बाहर रखे कि मैं मर्द हाँ, मैं क्यों सोचा, फिर इस कूड़ दे नाल ते अंदर जा नहीं सकता। जिस नू असीं कहंदे कदे अपनी गिरबान झांक के वेखो, कदे इंट्रोस्पैक्शन ते करो, वो इंसान नहीं जा सकता कि वो अपनी कूड़ दे इस बंच नू पकड़ के खड़ा रहता है, अंदर जाने को तैयार नहीं। वो दिनों दिन अपने अवगुणों नू मल्टीप्लाई करता जाता है। और उहदे नाल होंदा की है, कबीर जी कहते हैं, कबीर टालै टोलै दिन गया, तू दिन रात टालदा रहता है। वाई यू कीप एस्केपिंग, वाई यू एस्केप, वाई यू गो अवे फ्रॉम द ट्रूथ। तू सच नू टालदा रहता है। देख टालण नाल की होंदा है, टालै टोलै दिन गया, दिन डज नॉट मीन डे। दिन का मतलब होता है सारी जिंदगी, सुबह होती है, शाम होती है, यूं ही जिंदगी तमाम होती है, सारी जिंदगी। टालै टोलै दिन गया, व्याज बढ़न तो जाए, किहदा व्याज बढ़ता जाता है? अवगुणा दा। जिन्हों बचपन च गल कटनी आई है, वड्डे होके वधदियां गल्लां। जिसनों बचपन इतना बोलना आता है, वड्डे होकर उच्चा और बोलना आता है। 4 गल्लां नाल और सुनाने की आदत पै जाती है। कोई एक वट्टा मारे 4 वट्टे मारन की आदत पै जाती है। अवगुण अपने सुन नहीं सकता, कोई उहदे वाल उंगल जरा जी करे सही, बर्दाश्त नहीं कर सकता। अवगुण मल्टीप्लाई होंदे ने, द मोर वी इग्नोर दैम, मल्टीप्लाई होंदे जांदे। टालै टोलै दिन गया व्याज, अवगुणा दा व्याज। अवगुणा नूं गुरबाणी च जम कहते हैं, अवगुणा नूं बाणी दे अंदर भूत प्रेत कहते हैं। गुरबाणी भूत प्रेत वैसे नहीं मनती है। जय घर साधना सेवी हर की सेवन है, ते घर मरघट सारखे भूत वसै तिन माए। भूत मरण तो बाद कोई स्पिरिट गोश्त नूं नहीं कहते हैं। पर पिछे मैं गया न्यूजीलैंड, तो उत्थे बच्चों के कैंप में बच्चे मैंने पूछन, डू यू बिलीव इन स्पिरिट गोश्त, भूत प्रेत होंदे? मैं कहा नो, हू टोल्ड यू? कहता नहीं, साडा टीचर पिछले 15 सालों तो कैंप में पढ़ा रहा, गुरबाणी मुताबक जी भूत प्रेत होंदे। गुरमत भूत प्रेत मनती नहीं है। गुरमत केड़ा भूत प्रेत कहती है? गुरु पातशाह कहते हैं, जे तू सच ते नहीं ना चलता, जियो मैले बाहरों निर्मल जियो तो मैले, तिनी जन्म जुए हारिया। ये तिसना वड्डा रोगला मरण मनो विसारिया। वेदा में नाम उत्तम सो सुना नहीं फिर जियो बेतालिया। बेताला जीवन जीना ही ते भूत प्रेत होता है।
इंज नहीं है गुरबाणी मुताबक के एक दिन मर जावांगे, आत्मा ऊपर भटकती रहेगी, नवे मम्मी पापा लभदी रहेगी, नहीं तो भूत प्रेत बन जाएगी। इनू गुरबाणी इस तरह नहीं मनती है। सच नूं तू इग्नोर करदा है, तेरे अवगुणा का ब्याज वधदा जाएगा। टल है टोल है दिन गया, ब्याज बढ़न तो जाए, वधदा जाएगा इंटरेस्ट। ए ज़कात टैक्स तैनू देना पेगा, जिथे जाएगा तेरे अवगुण तैनू सताणगे, जिहड़े लाहौर पैड़े वो पिशौर भी पैड़े, जिथे जाएगा रहेगा तू दुखी। भावें माँ प्यो छड़ के दूर चला जा, भावें पति पत्नी छड़ के तू तलाक ले लै, भावें तू जिस जगह मर्जी देश शहर बदल के चला जा, जो मर्जी अपना रूप वटा लै, भावें अमीर तो गरीब हो जा, भावें गरीब तो अमीर हो जा, जिस तरह मर्जी तू कर लै, लेकिन अंदरों तू जे अवगुण टालता है, यू वोंट बी एट पीस। मन के मैं धर्मखंड च आना चाहता, मेरे च अवगुण हैं, और जो अवगुण महसूस कर लवे धर्मखंड विच आ जावे, वो कहता है डॉक्टर साहब मेरे वैद गुरु गोबिंद दास सतगुरु जीओ, मैनू अपनी सुमत बख्शो, मैं फिर की करा, मैं बीमार हाँ, मेरे अवगुण हैं, ये अवस्था के मैं की करा दसो ना। उन्होंने कहते हैं ज्ञान खंड का आखो कर। धर्म खंड तो ज्ञान खंड आ गए, तो जिमें कहोगे मैं उंज करन नूं तैयार हाँ। कर्म खंड श्रम खंड, और श्रम खंड कर्म खंड तो बाद उसनूं जदों दा रोग दूर हो जाता है, कूड़ दूर हो जाती है, वो निहाल हो जाता है, क्योंकि उन्होंने सचखंड वैसे निरंकार नजर आ जाता है। साध संगत जी, जदों असी अपने अवगुणों बारे ध्यान करते हैं ना, और धर्मखंड तो ज्ञान खंड की अवस्था पहुँच जाते हैं, तो अज का शब्द इत्थे एप्लाई होता है, जी की बिरथा होए सो गुर पे अरदास कर। हुण अरदास की कर, असी सोच रहे सी अरदास का मतलब होता है रब जी को जाके वर्ल्डली सक्सैस या वर्ल्डली आइटम्स नूं, दुनियावी पदार्थ दीयां चीज़ां मंगना। ऐसे प्रचारक आ भी जाते हैं जिहड़े कहते हैं फलाना शब्द तुसीं 51 बारी पढ़ो, फलानी माला 108 बारी फेलो, फलानी जगह ते जाओ, फलानी सुखना सुखो, वो तुहाडी पूरी होएगी। इस तरह भी करते हैं, लेकिन गुरबाणी इस तरह नहीं मनती है। गुरबाणी कहती है जे तेरे मन अंदर ख्याल आया कि मैं अवगुणियारा हाँ, तब पता है की कर, जी की बिरथा होए सो गुर पे अरदास कर। हुण अरदास का मैना दसन लगे ने, कहते ने छोड़ सियाणप सगन, अपनी सारी चितराई छड्ड दे, मन तन अरप तर, अपना थॉट प्रोसैस इत्थे सरेंडर कर दे। पूजो गुर के पैर, गुरु के पैर किवें पूजीदा, पीड़े नूं ते कुट्टीदा नहीं है, गुरु के पैर नहीं होंदे, गुरु फिजिकल नहीं होंदा। गुरबाणी शब्द गुरु की गल करती है, जिथे भी असी जाइए और सच दे मार्ग ते टुरदे हाँ, सच ते पैरा देंदे हाँ, गुरु के पैर पूजना ही तो है, क्योंकि गुरु मनु सच्चा मार्ग दसदा है। उन्होंने चरण चलो मार्ग गोबिंद कहते हैं। पूजो गुर के पैर दुरमत जाए जर, मंदे ख्याल सड़ जाते हैं। साध जना कै संग भवजल बिखम तर। गुरबाणी अनुसार साध संत किसनों कहते हैं, किसी मनुख नूं नहीं कहते हैं। साध जना कै संग, जना प्लूरल है, और साध जना की होता है वर्च्यूज, चंगे चंगे गुणा दे अनुसार जीना, लिविंग अकॉर्डिंग टू वर्च्यूज, अकॉर्डिंग टू आइडियल्स। साध जना कै संग, पर असी करते हैं किसी कोई चोले वाले बाबा जी को देख लेंगे, असी उन्होंने नाल बैठ जाते हैं, भावें वो आप सच से टुरिया है नहीं टुरिया है, सानू दस रहे ने तू चंगे गुणा का संग करया कर। साध जना कै संग भवजल बिखम तर, जो तेनू अवगुण वाला ओशन सतांदा है उसनू तू पार कर सकता है। सेवो सतगुर देव अगे ना मरो डर, फिर डर रहिंदा नहीं। खिनमै करे निहाल ऊणे सुपर पर। The moment you think I want to get rid of the vices and shortcomings, ਤਾਂ ਤੈਨੂੰ ਸਾਰੀ ਉਹ ਮਤ ਆ ਜਾਂਦੀ ਹੈ
ਜਿਹਦੇ ਨਾਲ ਅਵਗੁਣਾ ਤੋਂ ਛੁੱਟ ਜਾਈਦਾ ਹੈ। ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ, ਮਨੁੱਖ ਕੰਟੈਂਟਿਡ ਹੋ ਜਾਂਦਾ ਹੈ, ਸੰਤੋਖੀ ਹੋ ਜਾਂਦਾ ਹੈ। ਸਾਡੀ ਤੁਹਾਨੂੰ ਬਾਹਰ ਸੈਮੀਨਾਰ ਦੀ CD ਮਿਲੇਗੀ ਔਰ ਇੱਕ ਬੁੱਕ ਮਿਲੇਗੀ ਜਿਹਦਾ ਨਾਮ ਹੈ ਸੰਤੋਖ। ਉਹਦੇ ਵਿੱਚ ਅਸੀਂ ਸ਼ਬਦ ਪੜ੍ਹਿਆ, दूध पियो गोबिंदे राय, दूध पियो मेरे मन पतियाए, नहीं तो घर को बाप रिसाए। साध संगत जी ਅਸੀਂ ਉਹਦੇ ਡਿਸਕਸ ਕੀਤਾ ਕਿਹਨੂੰ ਦੁੱਧ ਪਿਲਾਇਆ। ਅਸੀਂ ਕਹਾਣੀਆਂ ਸੁਣੀਆਂ ਹੋਈਆਂ, ਕਿਸੇ ਪੱਥਰ ਦੀ ਮੂਰਤੀ ਅੱਗੇ ਬੈਠ ਕੇ ਉਹਨੂੰ ਦੁੱਧ ਪਿਲਾਇਆ, ਅੰਦਰ ਉਹ ਰੱਬ ਨਿਕਲਿਆ ਔਰ ਰੱਬ ਨੇ ਦੁੱਧ ਪੀ ਲਿਆ। ਇਹ ਸਾਡੇ ਭੁਲੇਖੇ ਆ। ਗੁਰਬਾਣੀ ਅਨੁਸਾਰ ਜਦੋਂ ਮੈਂ ਆਪਣੇ ਨਿਜਕਰ ਅੰਤਰ ਵਸਦੇ ਰੱਬ ਜੀ ਦੇ ਨਾਲ ਇਕਮਿਕ ਹੁੰਦਾ ਹਾਂ ਤਾਂ ਮੇਰੇ ਮਨ ਨੂੰ ਜਿਹੜਾ ਸੰਤੋਖ ਸਮਝ ਆਉਂਦਾ ਹੈ ਉਹਨੂੰ दूध पियो गोबिंदे राय ਕਹਿੰਦੇ ਨੇ। दूध पियो मेरो मन पतियाए ਤਾਂ ਉਹ ਮਨੁੱਖ ਖੇੜਾ ਖੁਸ਼ੀ ਨਾਨਕ ਭਗਤਾਂ ਸਦਾ ਵਿਕਾਸ ਹੈਪੀਨੈਸ ਫੋਰ ਐਵਰ ਵਾਲਾ ਜੀਵਨ ਜੀਣ ਲੱਗ ਪੈਂਦਾ ਹੈ। ਨਾ ਹੀ ਤਾਂ ਘਰ ਕੋ ਬਾਪ ਰਿਸਾਏ। ਰਿਸਾਏ ਕੀ ਹੁੰਦਾ ਹੈ? ਜਿਵੇਂ ਕੱਪੜੇ ਵਿੱਚ ਤੁਸੀਂ ਪਨੀਰ ਜਾਂ ਦੇਸੀ ਘਿਓ ਪਾਓ, ਥੱਲੋਂ ਚੋਂਦਾ ਰਹਿੰਦਾ ਨਾ, ਇਸ ਤਰ੍ਹਾਂ ਤੇਰੇ ਚੋਂ ਨਾ ਸਾਰਾ ਸੰਤੋਖ ਰੂਪੀ ਪਿਤਾ ਚੋ ਜਾਏਗਾ, चला जाएगा। ना ही तक घर को बाप, ये बाप मेरी कोई डेफिनेशन तो नहीं है, गुरबाणी कहती है माता मत पिता संतोख। इस करके जिहड़े रिश्ते ने इन्हां दे गुरबाणी अनुसार अर्थ की बनते हैं, उहदा असीं सैमीनार किया, उहदा नाम रखिया माँ। उहदी DVD भी तुहानूं बाहर मिलेगी। जदों अपने रोग बारे समझ आती है, वो आके गुरु अगे अरदास करता है, काइंडली ग्रांट मी योर विजडम so that I can get rid of my vices। ਇਹ ਗੁਰਬਾਣੀ ਅਨੁਸਾਰ ਅਰਦਾਸ ਹੈ। ਜਦੋਂ ਅਸੀਂ ਇੱਥੇ ਆਏ, ਜਿਹੜੇ ਬੱਚਾ ਸ਼ਬਦ ਪੜ੍ਹ ਰਿਹਾ ਸੀ ਉਹਨੇ ਮੇਰਾ ਅੱਜ ਦਾ ਟੌਪਿਕ ਬਣਾਇਆ, ਕਿਉਂਕਿ ਬੱਚਾ ਸ਼ਬਦ ਪੜ੍ਹ ਰਿਹਾ ਸੀ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਉਸ ਸ਼ਬਦ ਦੇ ਵਿਚਕਾਰ ਕਹਿੰਦੇ ਨੇ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ, ਹਰ ਜਨ ਰਾਖੈ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਸਭ ਦਿਆਲ ਪੁਰਖ ਬਖਸ਼ਿੰਦ ਰਹਾਉ। ਰਹਾਉ ਵਿੱਚ ਕਹਿ ਰਹੇ ਨੇ, ਜੋ ਵੀ ਰੱਬ ਜੀ ਨੂੰ ਕਹਿੰਦਾ ਹੈ, ਜੋ ਮੰਗੇ ਠਾਕੁਰ ਆਪਣੇ ਤੇ, ਕਹਿੰਦਾ ਹੈ ਕਿ ਮੇਰੇ ਅਵਗੁਣ ਦੂਰ ਕਰ ਦਿਓ, ਉਹਨੂੰ ਛਾਤੀ ਨਾਲ ਲਾਉਂਦੇ ਨੇ, ਕੰਠ ਲਾਏ, ਅਵਗੁਣ ਸਭ ਮੇਟੇ, ਉਹਦੇ ਅਵਗੁਣ ਦੂਰ ਕਰ ਦਿੰਦੇ ਨੇ, ਉਹਦੀ ਕੂੜ ਦੂਰ ਕਰ ਦਿੰਦੇ ਨੇ, ਕਿਉਂਕਿ ਉਹ ਦਿਆਲ ਹਨ, ਦਿਆਲ ਪੁਰਖ ਬਖਸ਼ਿੰਦ। ਕਿਤਨਾ ਸਿੰਪਲ, कितना आसान गुरबाणी है अपने ते टुकान वास्ते। और ताकि मन को होए संतोख त्याइए सदा, सो लगा सतगुर सेव, जाको करम धुर। करम धुर का अर्थ कर दिता जाता है जिहदे पिछले जन्म की किस्मत के धुर मस्तक भाग लिखे होंगे। गुरबाणी अनुसार करम धुर का मतलब होता है जिसने सच नूं सुनिया और उहदे ते मेहनत की। इहनूं कहंदे ने पूरब करम अंकुर जब प्रगटे। जिस दिन मैनू सच दसिया गया, उस तो बाद मैं उहदे ते एफर्ट किया, मेरी उस अवस्था नूं, उस ट्रैवलिंग नूं, उस जर्नी नूं पूरबले कर्म कमाना कहते हैं। नदर करें जे अपनी तां नदरी सतगुर पाया दा मतलब ही यही होया कि जे अपनी मत नूं सतगुर की नदर दे अलाइन जेकर कर लवें। नदर करें जे अपनी, ये रब जी तो मुखातिब नहीं है, मनुख नूं है। नदर करें जे अपनी, अपनी मत नूं सतगुर दे अलाइन जेकर कर लवें, अकॉर्डिंग टू द पैराडिम ऑफ सतगुर। जे तू अपना पैराडिम बना लवें, तू पैराडिम पुट्ठा किया होया है। नदर करें जे अपनी, रब जी की नज़र के अकॉर्डिंग अपना पैराडिम सीधा कर लवें, अपना थॉट प्रोसैस पुट्ठे तो सीधा कर लवें। जदों शब्द आएगा हर जुग जुग भगत उपाया पैज रखदा है राम राजे, हंकारियां निंदका पिठ दे नाम दिओ मुख लाया। उहदे अर्थ कीते जांदे ने, रब जी हंकारियां नूं पिठ कर दिंदे ने, रब जी किसी नूं पिठ नहीं करदे। रब जी सारी सृष्टि च रहिंदे ने, कित्थे पिठ करिए। दरअसल कह रहे ने जो हंकार करदा है उसने रब जी नूं पिठ कर दित्ती है। तू अपनी नज़र पुट्ठी की हुई है, तू अपनी पिठ करके सच वाल बैठा हुआ है, इसनूं सीधा कर लै।
ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਤਾਂ ਸਤਿਗੁਰ ਦੀ ਮੱਤ ਤੈਨੂੰ ਸੁਣਾਈ ਦੇਵੇਗੀ। ਔਰ ਮਨ ਕੋਏ ਸੰਤੋਖ ਦੇ ਕਾਰਨ ਸੋ ਲੱਗਾ ਸਤਿਗੁਰ ਸੇਵ। ਤੂੰ ਸਤਿਗੁਰ ਦੀ ਸੇਵ ਲੱਗਣ ਦਾ ਮਤਲਬ ਹੋ ਜਾਏਗਾ ਸਤਿਗੁਰ ਜੀ ਜੋ ਕਹਿੰਦੇ ਨੇ ਉਹ ਜੀਣ ਲੱਗ ਪੈਂਦਾ ਹੈ। ਵਰਨਾ ਅਸੀਂ ਟਲਦੇ ਰਹਿੰਦੇ ਹਾਂ। ਜੀਵਨ ਦੇ ਔਗੁਣਾਂ ਦਾ ਵਿਆਜ ਵੱਧਦਾ ਜਾਂਦਾ ਹੈ। ਪਰ ਫਰੀਦ ਜੀ ਕਹਿੰਦੇ ਨੇ ਮੈਂ ਲੱਭ ਲਿਆ। ਫਰੀਦ ਜੀ ਕਹਿੰਦੇ ਨੇ ਮੈਂ ਜਾਣ ਲਿਆ। ਆਈ ਫਾਊਂਡ ਦਿਸ ਪ੍ਰੋਬਲਮ। ਦੀ ਜੜ ਕੀ ਹੈ ਮੇਰੀ? ਮੈਂ ਜਾਣਿਆ ਦੁੱਖ ਮੁਝ ਕੋ। ਦੁੱਖ ਸਬਾਏ ਜਗ। ਜਗ ਦਾ ਮਤਲਬ ਗੁਰਬਾਣੀ ਅਨੁਸਾਰ ਇਹ ਸਾਰੀ ਦੁਨੀਆ ਨਹੀਂ ਹੁੰਦਾ। ਜਗ ਦਾ ਮਤਲਬ ਹੁੰਦਾ ਹੈ ਥਾਟ ਪ੍ਰੋਸੈਸ। ਮੇਰਾ ਮਨ ਕਿਵੇਂ ਸੋਚਦਾ ਹੈ, ਇਹ ਮੇਰਾ ਜਗ ਹੈ। ਮੈਂ ਜਾਣਿਆ ਦੁੱਖ ਮੁਝ ਕੋ। ਦੁੱਖ ਸਬਾਇਆ ਜਗ। ਸਾਧ ਸੰਗਤ ਜੀ ਦੇ ਅਰਥ ਕੀ ਕਰ ਦਿੱਤੇ ਗਏ? ਇਹਦੇ ਅਰਥ ਇਹ ਕੀਤੇ ਗਏ, ਮੈਂ ਦੁਖੀ ਹਾਂ, ਸਾਰੀ ਦੁਨੀਆ ਦੁਖੀ ਹੈ। ਔਰ ਨਾਲ ਇਹ ਕਹਿ ਦਿੱਤਾ ਬਈ ਫਰੀਦ ਜੀ ਕਹਿ ਰਹੇ ਨੇ ਸਾਰੀ ਦੁਨੀਆ ਦੁਖੀ ਹੈ। ਲੋ ਜੀ ਨਾਨਕ ਦੁਖੀ ਹੈ ਸਭ ਸੰਸਾਰ। ਫਿਰ ਕੀ ਅਸੀਂ ਸਾਰੇ ਦੁਖੀ ਰਹੀਏ? ਜੇ ਸਾਰਾ ਸੰਸਾਰ ਦੁਖੀ ਹੈ ਕਿ ਅਸੀਂ ਦੁਖੀ ਰਹੀਏ? ਗੁਰੂ ਪਾਤਸ਼ਾਹ ਤੇ ਮੈਨੂੰ ਸੁੱਖ ਸਿਖਾ ਰਹੇ ਨੇ, ਮਾਈ ਮੇਰੇ ਮਨ ਕੋ ਸੁੱਖ। ਗੁਰੂ ਪਾਤਸ਼ਾਹ ਤੇ ਮੈਨੂੰ ਕਹਿ ਰਹੇ ਨੇ ਸੁੱਖ ਹੋ ਸਕਦਾ ਹੈ। ਮਨ ਕੀ ਮਤ ਤਿਆਗੋ ਹਰਜਨ ਹੁਕਮ ਬੂਝ। ਸੁੱਖ ਪਾਈਏ, ਸੁਖੀ ਹੋ ਸਕਦੇ ਹਾਂ। ਵਾਈ ਵੀ ਕੀਪ ਔਨ ਸੇਇੰਗ ਕਿ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਜੀ ਕਿ ਸਾਰੀ ਦੁਨੀਆ ਦੁਖੀ ਹੈ, ਜਦਕਿ ਉਹਦੀ ਇਹ ਅਗਲੀ ਪੰਕਤੀ ਵੀ ਨਹੀਂ ਹੈ। ਨਾਨਕ ਦੁਖੀ ਹੈ ਸਭ ਸੰਸਾਰ ਤੋਂ ਅਗਲੀ ਪੰਕਤੀ ਆਪੇ ਹੀ ਜੋੜ ਦਿੱਤੀ, ਸੋ ਸੁਖੀਆ ਜਿਸ ਨਾਮ ਆਧਾਰ। ਇਹ ਉੱਥੇ ਲਿਖਿਆ ਨਹੀਂ ਹੋਇਆ। ਪਰ ਗੁਰੂ ਪਾਤਸ਼ਾਹ ਫਰੀਦ ਜੀ ਦੀ ਬਾਣੀ ਰਾਹੀਂ ਸਿਖਾ ਰਹੇ ਨੇ, ਕਹਿ ਰਹੇ ਨੇ ਮੈਂ ਜਾਣ ਲਿਆ ਮੈਂ ਦੁਖੀ ਕਿਉਂ ਹੁੰਦਾ ਸੀ। ਮੈਂ ਜਾਣਿਆ। ਇਹ ਬਹੁਤ ਅੱਛੀ ਸਟੇਟ ਆਫ ਮਾਈਂਡ ਹੈ ਕਿ ਆਪਣੇ ਦੁੱਖ ਦਾ ਕਾਰਨ ਲੱਭ ਜਾਵੇ। ਮੈਂ ਤੇ ਜਦੋਂ ਵੀ ਦੁਖੀ ਹੁੰਦਾ ਸੀ ਮੈਂ ਆਪਣੀ ਪਤਨੀ ਤੇ ਬਲੇਮ ਲਗਾ ਦਿੰਦਾ ਸੀ, ਪਤਨੀ ਮੇਰੇ ਤੇ ਲਗਾ ਦਿੰਦੇ ਸੀ, ਜਾਂ ਮੈਂ ਮਾਪਿਓ ਤੇ ਲਗਾ ਦਿੰਦਾ ਸੀ, ਜਾਂ ਬੱਚਿਆਂ ਤੇ ਲਗਾ ਦਿੰਦਾ ਸੀ, ਜਾਂ ਨੂੰਹ ਸੱਸ ਤੇ ਲਗਾ ਦਿੰਦੀ ਸੀ। ਕੋਈ ਬੌਸ ਤੇ ਲਗਾ ਦਿੰਦਾ ਹੈ, ਕੋਈ ਲੋਕਾਂ ਤੇ ਲਗਾ ਦਿੰਦਾ ਹੈ, ਕੋਈ ਕਿਸੇ ਤੇ ਲਗਾ ਦਿੰਦਾ ਹੈ, ਕੋਈ ਕਿਸੇ ਸਰਕਾਰਾਂ ਤੇ ਲਗਾ ਦਿੰਦਾ ਹੈ, ਕੋਈ ਓਪਰਿਆਂ ਹੋਰ ਕਿਸੇ ਤੇ ਲਾ ਦਿੰਦਾ ਹੈ। ਦੂਸਰਿਆਂ ਤੇ ਬਲੇਮ ਥਰੋ ਕਰਦੇ ਰਹੇ। ਸਾਧ ਸੰਗਤ ਜੀ ਵਾਹਿਗੁਰੂ ਨੇ ਕਿਰਪਾ ਕੀਤੀ, ਮੈਨੂੰ ਸੁਮਤ ਬਖਸ਼ੀ, ਮੈਨੂੰ ਪਤਾ ਲੱਗਾ ਮੈਂ ਆਪਣੇ ਕਰਕੇ ਦੁਖੀ ਹਾਂ। ਮੈਂ ਜਾਣਿਆ ਦੁੱਖ ਮੁਝ ਕੋ। ਦੁੱਖ ਸਬਾਇਆ ਜਗ। ਮੇਰਾ ਥਾਟ ਪ੍ਰੋਸੈਸ ਦੀ ਸੋਰਸ ਕੀ ਸੀ, ਜੜ ਕੀ ਸੀ? ਮੇਰਾ ਮਨ। ਮੈਂ ਜਾਣਿਆ ਦੁੱਖ ਮੁਝ ਕੋ। ਸਾਧ ਸੰਗਤ ਦੀ ਬਹੁਤ ਉੱਚੀ ਅਵਸਥਾ ਹੈ। ਫਰੀਦ ਜੀ ਨਹੀਂ ਕਹਿ ਰਹੇ ਨੇ ਸਾਰੀ ਦੁਨੀਆ ਦੁਖੀ ਹੈ। ਫਰੀਦ ਜੀ ਕਹਿ ਰਹੇ ਨੇ ਮੈਂ ਆਪਣਾ ਦੁੱਖ ਲੱਭਿਆ। ਮੈਂ ਜਾਣਿਆ ਦੁੱਖ ਮੁਝ ਕੋ। ਦੁੱਖ ਸਬਾਇਆ ਜਗ। ਉੱਚੇ ਚੜ ਕੇ ਦੇਖਿਆ। ਫਰੀਦ ਜੀ ਵੇਲੇ ਉੱਚੇ ਮਕਾਨ ਨਹੀਂ ਸਨ, ਪਰ ਅੱਜ ਵੀ ਉੱਚੇ ਮਕਾਨਾਂ ਤੁਸੀਂ 100ਵੀਂ ਮੰਜ਼ਿਲ ਤੇ ਖੜੇ ਹੋ ਜਾਓ, ਤੁਹਾਨੂੰ ਲੋਕਾਂ ਦੇ ਘਰਾਂ ਦੀ ਅੱਗ ਨਜ਼ਰ ਨਹੀਂ ਆਏਗੀ। ਫਰੀਦ ਜੀ ਜੇ ਘਰ ਘਰ ਇਹ ਅੱਗ ਕਹਿ ਰਹੇ ਨੇ ਤਾਂ ਇਹ ਔਰਗਨਸ, ਇੱਕ ਇੱਕ ਅੰਗ ਜਿਹੜਾ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ, ਜਿਸ ਨੂੰ ਸੁਮਤ ਨਹੀਂ ਮਿਲੀ, ਕੈਸਰ ਰਾਜੇ ਵਾਂਗੂ ਮਾਂ ਨੇ ਸੁਮਤ ਨਹੀਂ ਬਖਸ਼ੀ, ਉਸ ਦੇ ਬਾਰੇ ਗੱਲ ਕਰਨੇ। ਮੈਂ ਜਾਣਿਆ ਦੁੱਖ ਮੁਝ ਕੋ। ਦੁੱਖ ਸਬਾਇਆ ਜਗ। ਉੱਚਾ ਚੜ ਕੇ ਦੇਖਿਆ। ਜਦੋਂ ਮੈਂ ਐਲੀਵੇਟ ਹੋਇਆ, ਮੈਂ ਸੱਚ ਦੀ ਮੱਤ ਲਈ, ਮੈਂ ਐਲੀਵੇਸ਼ਨ ਸਪਿਰਿਚੁਅਲਿਟੀ ਜਦੋਂ ਲਈ, ਮੈਨੂੰ ਉੱਚੇ ਚੜ ਕੇ ਦੇਖਣ ਦੀ ਆਦਤ ਸਮਝ ਆਈ। ਮੇਰੀ ਆਈ ਸਾਈਟ, ਮੇਰਾ ਹੋਰਾਈਜ਼ਨ ਵੱਧ ਗਿਆ। ਤਾਂ ਮੈਨੂੰ ਪਤਾ ਲੱਗਾ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਮੇਰੇ ਅੰਗਾਂ ਵਿੱਚ ਅੱਗ ਲੱਗੀ ਹੋਈ ਸੀ। ਅੰਗਾਂ ਵਿੱਚ ਅੱਗ ਦੇਖਣ ਨੂੰ ਨਹੀਂ ਲੱਗਦੀ ਹੈ। ਅੰਗਾਂ ਵਿੱਚ ਅੱਗ ਦਾ ਮਤਲਬ ਹੈ ਪਿੱਛੇ ਮਨ ਸ਼ਾਂਤ ਨਹੀਂ ਹੈ, ਮਨ ਚੈਨ ਵਿੱਚ ਨਹੀਂ ਹੈ, ਮਨ ਸੁਖੀ ਨਹੀਂ ਹੈ। ਮਨ ਗਾਲਾਂ ਕੱਢਦਾ ਹੈ, ਬਾਹਰੋਂ ਚੁੱਪ ਰਹਿੰਦਾ ਹੈ। ਮਨ ਅਪਸੈਟ ਰਹਿੰਦਾ ਹੈ, ਬਾਹਰੋਂ ਧਿਆਨ ਲਗਾਉਂਦਾ ਹੈ। ਮਨ ਹਿਪੋਕ੍ਰੇਟ ਹੈ। ਉਹਨੂੰ ਕਹਿੰਦੇ ਨੇ ਕਾਹੇ ਕੋ ਕੀਜੈ ਧਿਆਨ ਜਪਨਾ ਜਪਤੇ ਸ਼ੁੱਧ ਨਹੀਂ ਮਨ ਆਪਣਾ। ਸਤਿਗੁਰ ਦੀ ਮੱਤ ਲੈ ਕੇ ਅਸੀਂ ਜਾਤ ਸਿੱਖਦੇ ਹਾਂ ਤਾਂ ਅਸੀਂ ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ ਤੋਂ ਸੱਚਖੰਡ ਦੀ ਅਵਸਥਾ ਪ੍ਰਾਪਤ ਕਰਦੇ ਹਾਂ। ਅਰਦਾਸ ਕਰਨ ਦਾ ਮਤਲਬ ਹੁੰਦਾ ਹੈ ਕਿ ਮੈਂ ਤੁਹਾਡੇ ਦਰ ਤੇ ਆਇਆ, ਮੈਨੂੰ ਮੇਰੇ ਅਵਗੁਣ ਸਮਝਾਓ। ਫਿਰ ਸਿਰਫ ਸਮਝਾ ਕੇ ਛੱਡ ਨਾ ਦਿਓ,
ਮੈਨੂੰ ਦੱਸੋ ਕਿ ਮੈਂ ਔਗੁਣਾਂ ਤੋਂ ਛੁੱਟਾਂ ਕਿਸ ਤਰ੍ਹਾਂ। ਇਹ ਸਾਰਾ ਅਰਦਾਸ ਕਨਸੈਪਟ ਹੈ ਐਜ਼ ਪਰ ਗੁਰਬਾਣੀ। how to surrender your jug, how to surrender your thought process, how to surrender your ਮਨ ਕੀ ਮਤ। ਸਾਨੂੰ ਗੁਰਬਾਣੀ ਰਾਹੀਂ ਇਹ ਸਿਖਾਇਆ ਜਾਂਦਾ ਹੈ। ਨਿਤਨੇਮ ਕਰਦੇ ਆ, ਆਪਣੇ ਮਨ ਨੂੰ ਸੁਮਤ ਦਿੰਦੇ ਆ। ਰੋਜ਼ ਰੋਜ਼ ਜਦੋਂ ਸੁਮਤ ਦਿੰਦੇ ਆ, ਮਤੀ ਦਿੰਦੇ ਆ, ਨਿਤ ਤਾਂ ਕੀ ਹੁੰਦਾ, ਜੋ ਸ਼ੈਤਾਨ ਵਜਾਇਆ ਮਨ ਦੇ ਖਿਆਲ ਚਲੇ ਜਾਂਦੇ ਨੇ। ਜਾਂ ਮੈਂ ਆਪਣੇ ਘਰ ਚਲਾ ਜਾਂਦਾ, ਜਿਹੜਾ ਰੋਜ਼ ਮੈਨੂੰ ਟੈਕਸ ਜ਼ਕਾਤ ਟੈਕਸ ਲਗਾ ਕੇ ਮੈਨੂੰ ਦੁਖੀ ਕਰਦਾ ਸੀ, ਚਲਾ ਜਾਂਦਾ ਹੈ। ਜੋ शैतान वंजाया ਹੁੰਦਾ, जिसने शैतान ਨੂੰ ਨਸਾ ਦਿੱਤਾ ਹੈ, ਵੰਜ ਗਿਆ, ਚਲਾ ਗਿਆ। ਹੁਣ ਮੁਆ ਮੇਰੀ ਮੁਈ ਬੁਲਾਏ, ਮੰਦੇ ਖਿਆਲ ਚਲੇ ਗਏ, पूरा बवंडर चला गया, पूरा वावरोला चला गया। जो शैतान वंजाया, ਜਿਹੜੇ सतगुर ਦੀ ਮੱਤ ਲੈ ਕੇ शैतान ਨੂੰ ਕਿਕ ਆਊਟ ਕਰ ਦਿੰਦੇ ਨੇ ਆਪਣੇ ਜੀਵਨ ਚੋਂ, ਜਮਾ ਤੋਂ ਮੁਕਤ ਹੋ ਜਾਂਦੇ ਨੇ। ਇਹਨੂੰ ਸਲਵੇਸ਼ਨ ਵਾਈ ਲਿਵਿੰਗ ਗੁਰਬਾਣੀ 'ਚ ਜੀਵਤਿਆਂ ਮਰ ਰਹੀਏ ਕਹਿੰਦੇ ਨੇ, ਜੀਵਨ ਮੁਕਤ ਕਹਿੰਦੇ ਨੇ। ਇਸ ਕਰਕੇ ਅਸੀਂ ਇੱਕ ਹੋਰ ਪੁਸਤਕ ਤੁਹਾਡੀ ਸੇਵਾ ਵਾਸਤੇ ਲਾਇਆ, ਉਹਦਾ ਨਾਂ ਰੱਖਿਆ ਜੀਵਨ ਮੁਕਤ। ਗੁਰਬਾਣੀ ਅਨੁਸਾਰ ਆਵਾਗਮਨ ਰੀਇਨਕਾਰਨੇਸ਼ਨ ਕਿਹਨੂੰ ਕਹਿੰਦੇ ਨੇ, ਅਸੀਂ ਉਹਦੇ ਵਿੱਚ ਸਮਝਿਆ। ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿੱਤ, ਉਹ ਫਿਰ ਮੰਦੇ ਪਾਸੇ ਕਦੇ ਵੀ ਆਪਣਾ ਮੂੰਹ ਨਹੀਂ ਕਰਦੇ ਨੇ। ਉਹ ਸੱਚ ਤੋਂ ਮੁਨਕਰ ਹੋ ਕੇ ਪੁੱਠੇ ਪਾਸੇ ਨਹੀਂ ਜਾਂਦੇ ਨੇ। ਇੱਕ ਵਾਰੀ ਸੱਚ ਵਾਲੇ ਪਾਸੇ ਯੂ ਟਰਨ ਲੈ ਲਈਏ, ਫਿਰ ਹਮੇਸ਼ਾ ਸਤਿਗੁਰ ਦੇ ਨਾਲ ਰਹਿਣਾ ਸਮਝ ਆ ਜਾਂਦਾ ਹੈ। ਔਰ ਸਤਿਗੁਰ ਦੇ ਨਾਲ ਰਹਿ ਕੇ ਅਸੀਂ ਕਦੇ ਹੰਕਾਰ ਨਹੀਂ ਕਰਦੇ ਹਾਂ ਕਿ ਮੈਂ ਪਰਫੈਕਟ ਹੋ ਗਿਆ। ਹਮੇਸ਼ਾ ਅਰਦਾਸ ਦੀ ਅਵਸਥਾ 'ਚ ਰਹਿੰਦੇ ਹਾਂ, ਮੈਨੂੰ ਹੰਬਲਨੈਸ ਹਿਊਮਿਲਿਟੀ ਬਖਸ਼ੋ, ਤਾਂ ਕਿ ਮੈਂ ਦੂਸਰਿਆਂ ਨੂੰ ਪਾਪੀ ਨਾ ਸਮਝਾਂ, ਕਿਸੇ 'ਤੇ ਪਾਪੀ ਪੁੰਨੀ ਲੇਬਲ ਨਾ ਲਗਾਵਾਂ। ਮੈਨੂੰ ਸੁਮਤ ਬਖਸ਼ੋ ਕਿ ਮੈਂ ਆਪਣੀ ਭਲੀ ਨਿਬੇੜਾਂ। ਇਸ ਨੂੰ ਗੁਰਬਾਣੀ ਦੀ ਅਰਦਾਸ ਕਹਿੰਦੇ ਨੇ। ਮੇਰੀ ਅਰਦਾਸ ਕੋਈ ਵੀ ਨਹੀਂ ਕਰ ਸਕਦਾ। ਦੇਰ ਇਜ਼ ਨੋ ਮਿਡਲਮੈਨ ਸਿਸਟਮ ਇਨ ਗੁਰਬਾਣੀ ਕਿ ਤੁਹਾਡੀ ਅਰਦਾਸ ਕੋਈ ਹੋਰ ਕਰੇ। ਇਹ ਸਾਡਾ ਗੁਰਦੁਆਰੇ ਦਾ ਕੌਂਗਰੀਗੇਸ਼ਨਲ ਸਿਸਟਮ ਹੈ ਕਿ ਭਾਈ ਸਾਹਿਬ ਜੀ ਰਲ ਕੇ ਸਾਰਿਆਂ ਦੇ ਵਿਚਕਾਰ ਅਰਦਾਸ ਕਰਦੇ ਨੇ, ਜੋ ਸਾਡੀ ਅਕਾਲ ਤਖਤ ਦੀ ਰਹਿਤ ਮਰਿਆਦਾ ਦੀ ਅਰਦਾਸ ਬਣੀ ਹੋਈ ਹੈ। ਉਹਦੇ ਵਿੱਚ ਅਸੀਂ ਹਿਸਟਰੀ ਯਾਦ ਕਰਦੇ ਹਾਂ ਔਰ ਸਾਰੇ ਰਲ ਕੇ ਬੋਲੋ ਜੀ ਵਾਹਿਗੁਰੂ ਕਰਕੇ ਸਮਰਪਣ ਕਰਦੇ ਹਾਂ। ਲੇਕਿਨ ਜਿਹੜੀ ਗੁਰਬਾਣੀ ਅਨੁਸਾਰ ਆਪਣੇ ਬਾਰੇ ਅਰਦਾਸ ਕਰਨੀ ਹੈ, ਉਹ ਕਿਸੇ ਦੀ ਕੋਈ ਨਹੀਂ ਕਰ ਸਕਦਾ। ਅਰਦਾਸ ਮੈਨੂੰ ਯਾਦ ਸਿਖਾਉਂਦੀ ਹੈ। ਕਿਸੇ ਸਿਆਣੇ ਦੇ ਘਰ ਆਉਣ 'ਤੇ ਮਾਂ ਕਹਿੰਦੀ ਹੈ ਬੇਟੇ ਨੂੰ, ਕਾਰ ਤੇਜ਼ ਨਾ ਚਲਾਈ। ਜਿਹੜਾ ਬੇਟਾ ਹੈ ਉਹ ਸੁਣਦਾ ਨਹੀਂ ਪਿਆ। ਮਾਂ ਸਿਆਣੇ ਨੂੰ ਕਹਿੰਦੀ ਹੈ ਤੁਸੀਂ ਇਹਨੂੰ ਕਹਿ ਦਿਓ ਨਾ, ਅੱਛਾ ਤੁਸੀਂ ਇਹਦੇ ਬਾਰੇ ਅਰਦਾਸ ਕਰ ਦਿਆ ਕਰੋ, ਜਾਂ ਕੋਈ ਸੰਤ ਜੀ ਬਾਬਾ ਜੀ ਨੂੰ ਕਹਿ ਦੇਵੇ ਅਰਦਾਸ ਕਰ ਦਿਆ ਕਰੋ। ਸੋ ਘਰ ਦਾ ਸਿਆਣਾ ਜਿਹੜਾ ਆਇਆ ਸੀ, ਉਹ ਬੱਚੇ ਨੂੰ ਕਹਿੰਦਾ ਹੈ ਮੇਰੀ ਵੀ ਨਾ ਅਰਦਾਸ ਉੱਥੇ ਤੱਕ ਹੀ ਚੱਲੇਗੀ ਜਿਤਨੀ ਸਪੀਡ ਲਿਮਿਟ ਹੈ। ਜੇ ਬੋਰਡ 'ਤੇ ਲਿਖਿਆ 55, ਜੇ ਤੂੰ ਉਹ 110 ਦੀ ਸਪੀਡ 'ਤੇ ਚਲਾਏਗਾ, ਮੇਰੀ ਵੀ ਅਰਦਾਸ ਨਹੀਂ ਚੱਲੇਗੀ। ਇਹਦਾ ਮਤਲਬ ਸਾਧ ਸੰਗਤ ਜੀ, ਅਰਦਾਸ ਵੀ ਕੁਦਰਤ ਦੇ ਨਿਯਮਾਂ 'ਚ ਹੀ ਰਹਿੰਦੀ ਹੈ। ਮੈਨੂੰ ਇੰਸਪਾਇਰ ਕਰਦੀ ਹੈ, ਸਟੇ ਅਧੀਨ, ਸਟੇ ਅਕੋਰਡਿੰਗ ਟੂ, ਸਟੇ ਇਨ ਦਾ ਲਿਮਿਟ ਆਫ ਕੁਦਰਤ ਦੇ ਨਿਯਮ। ਉਹਨੂੰ ਹੁਕਮ ਰਜ਼ਾਈ ਚੱਲਣਾ ਕਹਿੰਦੇ ਨੇ। ਮੈਂ ਅਰਦਾਸ ਕਰੀ ਜਾਵਾਂ, ਮੇਰੇ ਘਰ ਵਾਲੇ ਅਰਦਾਸ ਕਰੀ ਜਾਣ, ਮੈਂ ਸ਼ਰਾਬ ਪੀ ਕੇ 110 ਦੀ ਸਪੀਡ 'ਤੇ ਚਲਾਈ ਜਾਵਾਂ, ਤਾਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ। ਅਰਦਾਸ ਆਪਣੀ ਆਪ ਕਰੀਦਾ ਔਰ ਅਰਦਾਸ ਵਿੱਚ ਜਾਚਨਾ, ਬੇਨਤੀ, ਤਰਲਾ ਹੁੰਦਾ ਹੈ ਕਾਈਂਡਲੀ ਗ੍ਰਾਂਟ ਮੀ ਯੂਰ ਵਿਜ਼ਡਮ। ਮੈਂ ਆਪਣੇ ਜੀਵਨ ਦੇ ਔਗੁਣਾਂ ਤੋਂ ਬਹੁਤ ਤੰਗ ਆ ਚੁੱਕਾ ਹਾਂ, ਦੁਨੀਆਦਾਰੀ ਬਹੁਤ ਨਿਭਾ ਚੁੱਕਾ ਹਾਂ, ਮੈਨੂੰ ਸੁਮਤ ਬਖਸ਼ੋ ਮੈਂ ਆਪਣੇ ਅੰਦਰ ਆ ਕੇ ਸੁਖੀ ਹੋ ਸਕਾਂ। ਇਸ ਕਰਕੇ ਜਿਹੜੀ ਆਸਾ ਕੀ ਵਾਰ ਦੀ ਇਹ ਪੌੜੀ ਹੈ, ਉਹਦੇ ਅਰਥ ਬਦਲ ਜਾਂਦੇ ਹਨ। ਤੇਰਾ ਜੀਵਨ ਸੁਖੀ ਹੋ ਸਕਦਾ ਹੈ, ਕੱਪੜ ਰੂਪ ਸੁਹਾਵਣਾ ਹੋ ਸਕਦਾ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ, ਇਹ ਬਾਹਰਲੀ ਦੁਨੀਆਦਾਰੀ ਛੱਡ ਦੁਨੀਆ ਛੱਡਣ ਦਾ ਮਤਲਬ ਸੁਸਾਈਡ ਨਹੀਂ ਕਰਨਾ, ਨੱਸ ਕੇ ਜੰਗਲ ਵਿੱਚ ਨਹੀਂ ਜਾਣਾ। ਦੁਨੀਆਦਾਰੀ ਦੇ ਖਿਆਲ ਛੱਡ ਦੇ, ਛੱਡ ਦੁਨੀਆ,
ਅੰਦਰ ਜਾਵਣਾ, ਜੇ ਤੂੰ ਆਪਣੇ ਅੰਦਰ ਜਾਣਾ ਸਿੱਖ ਲਵੇਂ, ਆਪਣੇ ਅੰਦਰ ਰੱਬ ਜੀ ਰਹਿੰਦੇ ਨੇ, ਆਪਣੇ ਅੰਦਰ ਸਤਿਗੁਰ ਜੀ ਰਹਿੰਦੇ ਨੇ, ਉਹਨਾਂ ਦੇ ਨਾਲ ਗੱਲ ਕਰ ਲਿਆ ਕਰ, ਤੈਨੂੰ ਸੁਮਤ ਬਖਸ਼ ਦੇਣਗੇ, ਤੂੰ ਸੁਖੀ ਹੋ ਜਾਏਗਾ। ਇਹਨੂੰ ਹੀ ਤੇ ਅਰਦਾਸ ਕਹਿੰਦੇ ਹਨ।